Hello students, this is Rohit. I welcome you all on our e-learning platform. ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਕਰੰਟ ਜੀਕੇ। ਕਰੰਟ ਅਫੇਅਰ ਜਾਂ ਕਰੰਟ ਜੀਕੇ ਦੀ ਜੋ ਵੇਟੇਜ ਹੈ ਹਰ ਇੱਕ ਐਗਜ਼ਾਮ ਦੇ ਵਿੱਚ ਕਾਫੀ ਹੁੰਦੀ ਹੈ ਔਰ ਜੋ ਵੀ ਸਟੂਡੈਂਟਸ ਕੰਪੀਟੀਟਿਵ ਐਗਜ਼ਾਮ ਲਈ ਪ੍ਰਿਪੇਅਰ ਕਰਦੇ ਨੇ ਹਰ ਇੱਕ ਐਗਜ਼ਾਮ ਦੇ ਵਿੱਚ ਕਰੰਟ ਅਫੇਅਰਸ ਆਉਂਦੇ ਨੇ ਤਾਂ ਆਪਾਂ ਨੂੰ ਕਰੰਟ ਅਫੇਅਰਸ ਦੇ ਨਾਲ ਡੇਲੀ ਹੀ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਔਰ ਦੂਸਰੀ ਮੇਨ ਗੱਲ ਜੋ ਕਰੰਟ ਅਫੇਅਰਸ ਆਪਾਂ ਇੱਥੇ ਜੋ ਕਰੰਟ ਅਫੇਅਰ ਡਿਸਕਸ਼ਨ ਕਰਾਂਗੇ ਆਪਾਂ ਪੰਜਾਬੀ ਲੈਂਗੁਏਜ ਦੇ ਵਿੱਚ ਡਿਸਕਸ਼ਨ ਕਰਾਂਗੇ ਕਿਉਂਕਿ ਪੰਜਾਬ ਵਿੱਚ ਕਾਫੀ ਸਟੂਡੈਂਟਸ ਨੂੰ ਜੋ ਹੈ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਆਪਾਂ ਜੋ ਅੱਜ ਦੇ ਜੋ ਕਰੰਟ ਅਫੇਅਰਸ ਨੇ ਇਹਨਾਂ ਨੂੰ ਪੰਜਾਬੀ ਲੈਂਗੁਏਜ ਦੇ ਵਿੱਚ ਡਿਸਕਸ਼ਨ ਕਰਾਂਗੇ। ਔਰ ਦੂਸਰੀ ਗੱਲ ਜੋ ਸਟੂਡੈਂਟਸ ਜਿਨ੍ਹਾਂ ਜੋ ਇੰਗਲਿਸ਼ ਮੀਡੀਅਮ ਬੈਕਗਰਾਊਂਡ ਤੋਂ ਨੇ ਉਹਨਾਂ ਲਈ ਸੇਮ ਵੀਡੀਓ ਸੇਮ ਜੋ ਹੈ ਇੰਗਲਿਸ਼ ਲੈਂਗੁਏਜ ਦੇ ਵਿੱਚ ਵੀ ਆਵੇਗੀ ਇੰਗਲਿਸ਼ ਵਰਜ਼ਨ ਦੇ ਵਿੱਚ, ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ। ਔਰ ਨੈਕਸਟ ਪੁਆਇੰਟ, ਜਿੰਨਾ ਵੀ ਸਟੂਡੈਂਟਸ ਨੇ ਇਸ ਵੀਡੀਓ ਦੀ PDF ਫਾਈਲ ਲੈਣੀ ਹੈ ਉਹ ਸਾਡੇ WhatsApp ਨੰਬਰ 98 156 35 333 ਤੇ ਮੈਸੇਜ ਕਰ ਸਕਦੇ ਹੋ, WhatsApp ਮੈਸੇਜ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਕੀ ਹੈ ਅਸੀਂ ਕਰੰਟ ਜੀਕੇ ਦੀ ਇਹ ਨੋਟਸ ਪ੍ਰੋਵਾਈਡ ਕਰਵਾ ਦਾਂਗੇ। ਜੋ ਨੰਬਰ ਹੈ ਸਾਡਾ WhatsApp ਨੰਬਰ ਉਹ ਨੀਚੇ ਫੂਟਰ ਦੇ ਵਿੱਚ ਮੈਂਸ਼ਨ ਹੈ, ਤੁਸੀਂ ਉਹਦੇ ਉੱਪਰ ਸਾਨੂੰ WhatsApp 'ਤੇ ਕਰੰਟ ਜੀਕੇ ਲਿਖ ਕੇ ਮੈਸੇਜ ਭੇਜ ਸਕਦੇ ਹੋ ਔਰ ਤੁਹਾਨੂੰ ਅਸੀਂ ਆਪਦੀ ਬ੍ਰੋਡਕਾਸਟ ਲਿਸਟ ਦੇ ਵਿੱਚ ਐਡ ਕਰ ਦਾਂਗੇ ਤੁਹਾਡਾ ਨੰਬਰ ਔਰ ਡੇਲੀ ਬੇਸ 'ਤੇ ਤੁਹਾਨੂੰ ਕਰੰਟ ਜੀਕੇ ਮਿਲਦੀ ਰਹੇਗੀ। ਸੋ ਆਪਾਂ ਅੱਜ ਦੀ ਇੱਕ ਵੀਡੀਓ ਇਹ ਸਟਾਰਟ ਕਰਦੇ ਹਾਂ। ਅੱਜ ਦੇ ਕਰੰਟ ਅਫੇਅਰਸ ਆਪਾਂ ਡਿਸਕਸ਼ਨ ਕਰਨਾ ਸਟਾਰਟ ਕਰਦੇ ਹਾਂ। ਜੋ ਇਹਦਾ ਪਹਿਲਾ ਪੁਆਇੰਟ ਹੈ ਉਹ ਕੀ ਹੈ, ਵਸਤੂਆਂ ਅਤੇ ਸੇਵਾਵਾਂ ਮੀਨ GST ਦਿਵਸ। ਠੀਕ ਹੈ, ਮੀਨਸ ਗੁਡਸ ਐਂਡ ਸਰਵਿਸ ਟੈਕਸ GST ਡੇ, GST ਡੇ। ਠੀਕ ਹੈ, ਗੁਡਸ ਐਂਡ ਸਰਵਿਸ ਟੈਕਸ ਡੇ ਜੋ ਹੈ ਉਹ ਕਦੋਂ ਮਨਾਇਆ ਜਾਂਦਾ ਜੀ, ਉਹ ਮਨਾਇਆ ਜਾਂਦਾ 1 ਜੁਲਾਈ ਨੂੰ। ਉਹ ਹਰ ਸਾਲ ਕਦੋਂ ਮਨਾਇਆ ਜਾਂਦਾ 1 ਜੁਲਾਈ ਨੂੰ ਉਹ ਡੇ ਮਨਾਇਆ ਜਾਂਦਾ ਹੈ। ਆਪਾਂ ਗੱਲ ਕਰ ਰਹੇ ਸੀ ਜਿਹੜਾ ਇਹ ਦਿਵਸ ਕਦੋਂ ਮਨਾਇਆ ਜਾਂਦਾ ਜੀ, ਇਹ 1 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਜੇ ਆਪਾਂ ਇਹਦੀ ਗੱਲ ਕਰੀਏ ਤੇ ਹੋਰ ਕੀ ਮੇਨ ਕੀ ਪੁਆਇੰਟਸ ਨੇ, ਕਹਿੰਦੇ ਵਸਤੂਆਂ ਤੇ ਸੇਵਾਵਾਂ ਟੈਕਸ ਜਿਹਨੂੰ ਆਪਾਂ GST ਕਹਿੰਦੇ ਇੰਗਲਿਸ਼ ਦੇ ਵਿੱਚ, ਜੇ ਲਾਗੂ ਹੋਣ ਦੀ ਯਾਦ ਵਿੱਚ। ਠੀਕ ਹੈ, ਜਿਹੜਾ ਹੈ ਜਦੋਂ ਇਹ ਲਾਗੂ ਹੋਇਆ ਸੀ ਉਹਦੇ ਕਰਕੇ ਇਹ ਦਿਵਸ ਮਨਾਇਆ ਜਾਂਦਾ 1 ਜੁਲਾਈ ਨੂੰ। ਇਹ ਦਿਵਸ ਜਿਹੜਾ ਅਸੀਂ 1 ਜੁਲਾਈ ਨੂੰ ਇਹ ਜੋ GST ਲਾਗੂ ਹੋਇਆ ਸੀ ਇਸ ਕਰਕੇ ਇਸ ਨੂੰ ਇਹ ਮਨਾਇਆ ਜਾਂਦਾ ਹੈ। GST ਦਿਵਸ ਜਿਹੜਾ GST ਦਿਵਸ ਹੈ 1 ਜੁਲਾਈ 2018 ਨੂੰ ਨਵੀਂ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਦੀ 1 ਸਾਲ ਦੀ ਵਰ੍ਹੇਗੰਢ ਨੂੰ ਬਣਾਉਂਦੇ ਹੋਏ ਮਨਾਇਆ ਗਿਆ ਸੀ। ਯਾਨੀ ਕਿ ਜਦੋਂ ਜਿਹੜਾ ਇਹ ਪਹਿਲੀ ਵਾਰੀ ਜਿਹੜਾ GST ਸੀ ਜਿਹੜਾ GST ਡੇ ਮਨਾਇਆ ਗਿਆ ਸੀ 1 ਜੁਲਾਈ 2018 ਨੂੰ ਮਨਾਇਆ ਗਿਆ ਸੀ। ਪਹਿਲੀ ਜੇ ਤੁਹਾਨੂੰ ਪੇਪਰ 'ਚ ਪੁੱਛਿਆ ਜਾਵੇ ਕਿ ਪਹਿਲੀ ਵਾਰੀ GST ਡੇ ਕਦੋਂ ਮਨਾਇਆ ਗਿਆ ਸੀ ਤਾਂ ਆਪਾਂ ਕੀ ਕਹਿ ਸਕਦੇ ਹਾਂ, ਇਹ ਕਦੋਂ ਮਨਾਇਆ ਗਿਆ ਸੀ 1 ਜੁਲਾਈ 2018 ਨੂੰ ਮਨਾਇਆ ਗਿਆ ਸੀ। ਕਿਉਂਕਿ ਨਵੀਂ ਟੈਕਸ ਪ੍ਰਣਾਲੀ ਨੂੰ ਲਾਗੂ ਹੋਏ ਨੂੰ 1 ਸਾਲ ਪੂਰਾ ਹੋ ਗਿਆ ਸੀ। ਹੁਣ ਜੇ ਆਪਾਂ ਗੱਲ ਕਰੀਏ ਕਿ GST ਦੀ ਸ਼ੁਰੂਆਤ ਕਦੋਂ ਹੋਈ, ਇਹਨੂੰ GST ਕਦੋਂ ਸ਼ੁਰੂ ਹੋਇਆ। ਠੀਕ ਹੈ ਜੀ, ਕਹਿੰਦੇ ਸੰਸਦ ਦੇ ਕੇਂਦਰੀ ਹਾਲ ਵਿੱਚ। ਇਹ ਕਿੱਥੇ ਹੋਇਆ ਸੀ? ਕੇਂਦਰੀ ਹਾਲ 'ਚ ਜਿਹੜਾ ਸੀ ਇੱਕ ਸਮਾਰੋਹ ਆਯੋਜਿਤ ਹੋਇਆ ਸੀ। ਕਦੋਂ ਹੋਇਆ ਸੀ ਇਹ ਸਮਾਰੋਹ ਆਯੋਜਿਤ? 30 ਜੂਨ ਤੇ 30 ਜੂਨ ਤੇ 1 ਜੁਲਾਈ 30 ਜੂਨ ਤੇ 1 ਜੁਲਾਈ 2017 30 ਜੂਨ ਅਤੇ 1 ਜੁਲਾਈ 2017 ਦੇ ਜਿਹੜੀ ਦੀ ਮਿਡਨਾਈਟ ਨੂੰ ਦਰਮਿਆਨੀ ਰਾਤ ਨੂੰ ਆਪਾਂ ਕਹਿ ਸਕਦੇ ਹਾਂ ਕਿ GST ਦੀ ਸ਼ੁਰੂਆਤ ਕੀਤੀ ਗਈ ਸੀ। 30 ਜੂਨ ਤੇ 1 ਜੁਲਾਈ 2017 ਦੀ ਦਰਮਿਆਨੀ ਰਾਤ ਨੂੰ ਮਿਡਨਾਈਟ ਨੂੰ ਕੀ ਕੀਤਾ ਗਿਆ ਸੀ, ਇਸ ਨੂੰ ਇਹਦੀ ਸ਼ੁਰੂਆਤ ਕੀਤੀ ਗਈ ਸੀ ਕਿਸ ਦੀ? GST ਦੀ, ਜਿਵੇਂ ਕਿ ਗੁਡਸ ਐਂਡ ਸਰਵਿਸ ਟੈਕਸ ਦੀ। ਜੇ ਆਪਾਂ ਗੱਲ ਕਰੀਏ ਇਸ ਦੀ GST ਨੇ ਭਾਰਤ ਵਿੱਚ ਪੁਰਾਣੀ ਅਸਿੱਧੇ ਟੈਕਸ ਪ੍ਰਣਾਲੀ ਥਾਂ ਲੈ ਲਈ ਹੈ। ਜਿਵੇਂ ਕਿ ਜਿਹੜੇ ਪਹਿਲਾਂ ਇੰਡਾਇਰੈਕਟ ਟੈਕਸ ਸੀ ਉਹਦੀ ਜਗ੍ਹਾ ਤੇ ਕੀ ਆ ਗਿਆ, ਇਹ GST ਆ ਗਿਆ। ਨੈਕਸਟ ਪੁਆਇੰਟ ਦੇ ਵਿੱਚ ਇਹਨਾਂ ਨੇ ਕੀ ਕਿਹਾ, ਕਹਿੰਦੇ ਇਹ ਇੱਕ ਰਾਸ਼ਟਰ ਇੱਕ ਮੰਡੀ ਇੱਕ ਟੈਕਸ ਵਿਚਾਰ ਨਾਲ ਪੇਸ਼ ਕੀਤਾ ਗਿਆ ਸੀ। ਜਾਣੀ ਕਿ ਕੀ ਹੈ, ਇਹ ਇੱਕ ਰਾਸ਼ਟਰ ਇੱਕ ਮੰਡੀ, ਜਾਣੀ ਕਿ ਇੱਕ ਦੇਸ਼ ਇੱਕ ਮੰਡੀ ਤੇ ਇੱਕ ਟੈਕਸ ਦੇ ਵਿਚਾਰ ਦੇ ਅਕੋਰਡਿੰਗ ਇਸ ਨੂੰ ਕੀ ਕੀਤਾ ਗਿਆ ਸੀ, ਪੇਸ਼ ਕੀਤਾ ਗਿਆ ਸੀ ਇਸਨੂੰ, ਇਸ ਟੈਕਸ ਨੂੰ। ਠੀਕ ਹੈ ਜੀ, ਜਿਹੜਾ ਹੁਣ ਸਾਲ 2022 ਦੇ ਵਿੱਚ ਇਹ GST ਬਣਾਇਆ ਜਾ ਰਿਹਾ, ਇਸ ਵਾਰੀ ਕਿੰਨਵਾਂ GST ਡੇ ਬਣਾਇਆ ਜਾ ਰਿਹਾ, ਇਹ 5ਵਾਂ GST ਡੇ ਮਨਾਇਆ ਜਾ ਰਿਹਾ ਹੈ। ਜੇ ਆਪਾਂ ਨੈਕਸਟ ਪੁਆਇੰਟ ਦੀ ਗੱਲ ਕਰੀਏ, GST ਕੀ ਹੈ? ਠੀਕ ਹੈ, GST ਕੀ ਹੈ? GST ਇੱਕ ਅਸਿੱਧੇ ਬਹੁਪੜਾਵੀ ਖਪਤ ਆਧਾਰਿਤ ਟੈਕਸ ਪ੍ਰਣਾਲੀ ਹੈ। ਕਹਿਣ ਦਾ ਭਾਵ ਜਿਹੜੇ ਕੀ ਹੈ ਇੱਕ ਜੋ ਇੰਡਾਇਰੈਕਟ ਟੈਕਸ ਸੀ ਅਤੇ ਕਾਫੀ ਆਪਾਂ ਨੂੰ ਜਿਹੜਾ ਕਿ ਸਲੈਬ ਦੇ ਟੈਕਸ ਪੇ ਕਰਨਾ ਪੈਂਦਾ ਸੀ, ਉਸ ਦੇ ਆਧਾਰ 'ਤੇ ਕੀ ਹੈ ਕਿ ਟੈਕਸ ਪ੍ਰਣਾਲੀ ਹੈ। ਇਹ ਇੱਕ ਘਰੇਲੂ ਅਸਿੱਧੇ ਟੈਕਸ ਜਿਵੇਂ ਕਿ ਸਰਵਿਸ ਟੈਕਸ, ਖਰੀਦ ਟੈਕਸ, ਵੈਲਿਊ ਐਡਡ ਟੈਕਸ, ਐਕਸਾਈਜ਼ ਡਿਊਟੀ ਅਤੇ ਹੋਰਾਂ ਨੂੰ
ਇੱਕ ਸਰਲੇਖ ਹੇਠ ਸ਼ਾਮਿਲ ਕਰਦਾ, ਯਾਨੀ ਕਿ GST ਦੇ ਵਿੱਚ ਕੀ ਹੈ, ਸਰਵਿਸ ਟੈਕਸ, ਖਰੀਦ ਟੈਕਸ, ਵੈਲਿਊ ਐਡਡ ਟੈਕਸ ਤੇ ਐਕਸਾਈਜ਼ ਟੈਕਸ ਤੇ ਹੋਰ ਕਾਫੀ ਟੈਕਸ ਦੇ ਵਿੱਚ ਇਕੱਠੇ ਕਰ ਦਿੱਤੇ ਗਏ। ਇਹਦੇ ਵਿੱਚ ਕਿਹੜੇ ਕਿਹੜੇ ਟੈਕਸ ਨਹੀਂ ਆਉਂਦੇ, ਇਹਦੇ ਵਿੱਚ ਤਾਂ ਪੈਟਰੋਲੀਅਮ ਜਿਹੜਾ ਪੈਟਰੋਲ ਹੈ ਆਪਣਾ ਉਹ GST ਦੇ ਵਿੱਚ ਨਹੀਂ ਆਉਂਦਾ, ਸ਼ਰਾਬ ਆਪਣੀ GST ਦੇ ਵਿੱਚ ਨਹੀਂ ਆਉਂਦੀ, ਸਟੈਂਪ ਡਿਊਟੀ GST ਦੇ ਵਿੱਚ ਨਹੀਂ ਆਉਂਦਾ, ਇਹਨਾਂ ਨੂੰ ਇਹਦੇ ਵਿੱਚ GST ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਇਹ ਕਿਸ ਚਾਹੁੰਦੇ ਨੇ, ਇਹ ਜਿਹੜੀ ਆਪਣੀ ਪੁਰਾਣੀ ਕੋਈ ਟੈਕਸ ਪ੍ਰਣਾਲੀ ਚੱਲ ਰਹੀ ਸੀ ਉਹਦੇ ਅੰਦਰ ਹੀ ਆਉਂਦੇ ਨੇ, ਜਾਣੀ ਕਿ ਪੈਟਰੋਲੀਅਮ, ਸ਼ਰਾਬ, ਸਟੈਂਪ ਡਿਊਟੀ ਸਮੇਤ ਵਸਤੂਆਂ ਨੂੰ GST ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਠੀਕ ਹੈ ਜੀ। ਇਹਦਾ ਜੇ ਆਪਾਂ ਬੈਕਗਰਾਊਂਡ ਦੀ ਗੱਲ ਕਰੀਏ, ਪਿਛੋਕੜ ਦੀ ਗੱਲ ਕਰੀਏ, GST ਦਾ ਪਿਛੋਕੜ ਕੀ ਹੈ, ਬੈਕਗਰਾਊਂਡ ਕੀ ਹੈ। ਇੱਕ ਨਵੀਂ ਟੈਕਸ ਪ੍ਰਣਾਲੀ ਸ਼ੁਰੂ ਕਰਨ ਦਾ ਵਿਚਾਰ ਉਦੋਂ ਹੋਂਦ ਵਿੱਚ ਆਇਆ ਜਦੋਂ GST ਕਾਨੂੰਨਾਂ ਦਾ ਖਰੜਾ ਤਿਆਰ ਕਰਨ ਲਈ 2002 ਵਿੱਚ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ 2004 ਵਿੱਚ ਆਪਣੀ ਰਿਪੋਰਟ ਸੌਂਪੀ ਅਤੇ ਬਾਅਦ ਵਿੱਚ 2006 ਵਿੱਚ ਆਪਣੀ ਰਿਪੋਰਟ ਸੌਂਪੀ। ਠੀਕ ਹੈ ਜੀ। ਫਿਰ ਕੀ ਹੋਇਆ, ਵਿੱਤ ਮੰਤਰੀ ਨੇ 1 ਅਪ੍ਰੈਲ 2010 ਨੂੰ GST ਲਾਗੂ ਕਰਨ ਲਈ ਤਜਵੀਜ਼ ਰੱਖੀ, ਇੱਕ ਤਰ੍ਹਾਂ ਦਾ ਕੀ ਰੱਖਿਆ, ਇੱਕ ਤਜਵੀਜ਼ ਰੱਖੀ, ਤਾਂ GST ਕਾਨੂੰਨ ਨੂੰ ਲਾਗੂ ਹੋਣ ਵਿੱਚ ਤਕਰੀਬਨ 17 ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਸੀ। ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ GST ਕਦੋਂ ਲਾਗੂ ਹੋਇਆ ਸੀ, ਇਹ 1 ਜੁਲਾਈ ਆਪਾਂ ਕਹਿ ਸਕਦੇ ਹਾਂ 2017 ਨੂੰ ਲਾਗੂ ਹੋਇਆ ਸੀ। ਠੀਕ ਹੈ। ਔਰ GST ਦੇ ਤਹਿਤ ਤਿੰਨ ਟੈਕਸ ਆਉਂਦੇ ਨੇ। ਕਿਹੜੇ ਕਿਹੜੇ ਤਿੰਨ ਟੈਕਸ ਆਉਂਦੇ ਨੇ? GST ਦੇ ਤਹਿਤ ਤਿੰਨ ਟੈਕਸ ਨੇ, ਤਿੰਨ ਟੈਕਸ ਐਪਲੀਕੇਸ਼ਨ ਹਨ। ਕਿਹੜੀ ਕਿਹੜੀਆਂ? CGST, SGST ਤੇ IGST, ਯਾਨੀ ਕਿ ਸੈਂਟਰ GST, ਸਟੇਟ GST ਤੇ ਇੰਟਰ ਸਟੇਟ GST। ਦੂਜੇ ਪਾਸੇ ਕੇਂਦਰ ਸਰਕਾਰ ਅੰਤਰਰਾਜੀ ਵਿਕਰੀ ਤੇ CGST ਇਕੱਠੀ ਕਰਦੀ ਹੈ ਅਤੇ SGST ਰਾਜ ਸਰਕਾਰ ਦੁਆਰਾ ਅੰਤਰਰਾਜੀ ਵਿਕਰੀ ਤੇ ਇਕੱਠੀ ਕੀਤੀ ਜਾਂਦੀ, ਯਾਨੀ ਕਿ CGST ਸੈਂਟਰ ਨੂੰ ਜਾਂਦਾ ਔਰ SGST ਸਟੇਟ ਇਕੱਠੀ ਕਰਦੀ ਹੈ। ਕੇਂਦਰ ਸਰਕਾਰ ਅੰਤਰਰਾਜੀ ਵਿਕਰੀ ਤੇ IGST ਇਕੱਠਾ ਕਰਦੀ ਹੈ। GST ਦੀ ਟੈਕਸ ਸਲੈਬਾਂ, ਇਹਦੇ ਵਿੱਚ ਕਿੰਨੀਆਂ ਟੈਕਸ ਸਲੈਬਾਂ ਹਨ? ਇਹਦੇ ਵਿੱਚ ਮੇਨ ਜੋ ਟੈਕਸ ਸਲੈਬਾਂ ਹਨ 5%, 12%, 18% ਤੇ 28%, ਇਹ ਤਿੰਨ ਟੈਕਸ ਸਲੈਬਾਂ ਹਨ। GST ਕਾਨੂੰਨ ਦਾ ਉਦੇਸ਼ ਕੀ ਹੈ, ਆਬਜੈਕਟਿਵ ਕੀ ਹੈ ਇਸਦਾ? GST ਕਾਨੂੰਨ ਦਾ ਮੁੱਖ ਉਦੇਸ਼ ਟੈਕਸਾਂ ਦੇ ਪ੍ਰਭਾਵ ਨੂੰ ਖਤਮ ਕਰਨਾ। ਇਸ ਦਾ ਉਦੇਸ਼ ਟੈਕਸ ਪ੍ਰਕਿਰਿਆ ਨੂੰ ਸਰਲ ਬਣਾਉਣਾ, ਯਾਨੀ ਕਿ ਟੈਕਸ ਭਰਨ ਦੀ ਪ੍ਰਕਿਰਿਆ ਨੂੰ ਕਰਨਾ ਆਸਾਨ ਬਣਾਉਣਾ, ਸੌਖਾ ਬਣਾਉਣਾ, ਟੈਕਸ ਦਾਤਾ ਦੇ ਆਧਾਰ ਨੂੰ ਵਧਾਉਣਾ ਅਤੇ ਤਾਂ ਜੋ GST ਦੇ ਨਾਲ ਕੀ ਹੈ ਕਿ ਜੋ ਟੈਕਸ ਦੀ ਪ੍ਰਕਿਰਿਆ ਉਹਨੂੰ ਸੌਖਾ ਕੀਤਾ ਜਾਵੇ, ਜਿਸ ਨਾਲ ਵੱਧ ਤੋਂ ਵੱਧ ਲੋਕ ਆਪਦਾ ਟੈਕਸ ਪੇ ਕਰ ਸਕਣ ਆਸਾਨੀ ਦੇ ਨਾਲ। ਇਸ ਦਾ ਮੇਨ ਕੀ ਹੈ, ਆਬਜੈਕਟਿਵ ਹੈ। ਇਸ ਤਰ੍ਹਾਂ ਆਪਾਂ ਨੈਕਸਟ ਨਿਊਜ਼ ਦੀ ਗੱਲ ਕਰਾਂਗੇ। ਨੈਕਸਟ ਨਿਊਜ਼ ਕੀ ਹੈ? ਏਸ਼ੀਆ ਪੈਸੀਫਿਕ ਸਥਿਰਤਾ, ਯਾਨੀ ਕਿ ਸਥਿਰਤਾ ਸੂਚਕ ਅੰਕ। ਠੀਕ ਹੈ ਜੀ। ਏਸ਼ੀਆ ਪੈਸੀਫਿਕ ਸਸਟੇਨੇਬਿਲਿਟੀ ਇੰਡੈਕਸ ਵੀ ਕਹਿ ਸਕਦੇ ਆਪਾਂ ਇੰਗਲਿਸ਼ ਦੇ ਵਿੱਚ ਇਸਨੂੰ, ਏਸ਼ੀਆ ਪੈਸੀਫਿਕ ਸਸਟੇਨੇਬਲ ਇੰਡੈਕਸ 2021, ਜਾਣੀ ਕਿ 2021। ਏਸ਼ੀਆ ਪੈਸੀਫਿਕ ਸਸਟੇਨੇਬਿਲਿਟੀ ਇੰਡੈਕਸ 2021 ਨੂੰ ਹਾਲ ਹੀ ਵਿੱਚ ਨਾਈਟ ਫਰੈਂਕ ਦੁਆਰਾ ਲਾਂਚ ਕੀਤਾ ਗਿਆ ਸੀ। ਕਿਸ ਦੁਆਰਾ ਲਾਂਚ ਕੀਤਾ ਗਿਆ ਜੀ? ਪੇਪਰ 'ਚ ਕੁਐਸਚਨ ਕੀ ਪੁੱਛਿਆ ਜਾਊਗਾ ਤੁਹਾਨੂੰ ਕਿ ਏਸ਼ੀਆ ਪੈਸੀਫਿਕ ਸਥਿਰਤਾ ਸੂਚਕ ਅੰਕ, ਜੋ ਆਪਾਂ ਇੰਗਲਿਸ਼ 'ਚ ਇਹਨੂੰ ਕਹਿ ਸਕਦੇ ਹਾਂ ਏਸ਼ੀਆ ਪੈਸੀਫਿਕ ਸਸਟੇਨੇਬਿਲਿਟੀ ਇੰਡੈਕਸ 2021 ਨੂੰ ਕਿੱਥੇ ਲਾਂਚ ਕੀਤਾ ਗਿਆ? ਇਸ ਨੂੰ ਨਾਈਟ ਫਰੈਂਕ ਦੁਆਰਾ ਲਾਂਚ ਕੀਤਾ ਗਿਆ ਸੀ। ਇਸ ਨੂੰ ਨਾਈਟ ਫਰੈਂਕ ਦੁਆਰਾ ਲਾਂਚ ਕੀਤਾ ਗਿਆ ਸੀ, ਜੋ ਕਿ ਗਲੋਬਲ ਪ੍ਰੋਪਰਟੀ ਸਲਾਹਕਾਰ ਹੈ। ਕੌਣ ਹੈ ਇਹ? ਗਲੋਬਲ ਪ੍ਰੋਪਰਟੀ ਸਲਾਹਕਾਰ ਹੈ। ਇਹਦੀ ਹੁਣ ਜੇ ਆਪਾਂ ਗੱਲ ਕਰੀਏ ਹਾਈਲਾਈਟਸ, ਮੇਨ ਇਹਦੇ ਪੁਆਇੰਟ ਕਿਹੜੇ ਨੇ ਇਸ ਨਿਊਜ਼ ਦੇ? ਸੂਚਕਾਂਕ, ਜਿਹਨੂੰ ਆਪਾਂ ਇੰਡੈਕਸ ਕਹਿੰਦੇ ਇੰਗਲਿਸ਼ ਦੇ ਵਿੱਚ, 4 ਭਾਰਤੀ ਸ਼ਹਿਰ, ਜਿਵੇਂ ਕਿ ਇਹਦੇ ਵਿੱਚ ਆਪਣੇ 4 ਇੰਡੀਅਨ ਸ਼ਹਿਰ ਆਏ ਨੇ, 4 ਭਾਰਤੀ ਸ਼ਹਿਰ ਆਏ ਨੇ। ਕਿਹੜੇ ਕਿਹੜੇ? ਬੰਗਲੌਰ, ਹੈਦਰਾਬਾਦ, ਦਿੱਲੀ ਅਤੇ ਮੁੰਬਈ। ਇਹਨਾਂ ਨੂੰ ਕੀ ਕੀਤਾ ਗਿਆ? ਟੌਪ 20 ਸਸਟੇਨੇਬਲ ਸ਼ਹਿਰਾਂ ਦੇ ਸਸਟੇਨੇਬਲ ਸਿਟੀ ਦੇ ਵਿੱਚ ਰੱਖਿਆ ਗਿਆ। ਠੀਕ ਹੈ ਜੀ। ਇਸ ਵਿੱਚ 36 ਸ਼ਹਿਰ, ਇਸ ਦੇ ਵਿੱਚ 36 ਸ਼ਹਿਰਾਂ ਨੂੰ ਸ਼ਹਿਰੀਕਰਨ ਦੇ ਦਬਾਅ, ਕਾਰਬਨ ਨਿਕਾਸੀ, ਜਲਵਾਯੂ ਜੋਖਮ ਅਤੇ ਸਰਕਾਰੀ ਪਹਿਲਕਦਮੀਆਂ ਦੇ ਆਧਾਰ ਤੇ ਦਰਜਾ ਦਿੱਤਾ ਗਿਆ ਸੀ। ਹੁਣ ਜੇ ਆਪਾਂ ਗੱਲ ਕਰੀਏ ਵਿਸ਼ਵ ਦੇ ਸ਼ਹਿਰਾਂ ਦਾ ਦਰਜਾ ਇੰਡੈਕਸ ਵਿੱਚ, ਜੇ ਆਪਾਂ ਗੱਲ ਕਰੀਏ ਕਿ ਦੁਨੀਆ ਦੇ ਵਿੱਚ ਸਭ ਤੋਂ ਜਿਹੜਾ ਟੌਪ ਦੇ ਸ਼ਹਿਰਾਂ ਦੇ ਜਿਹੜਾ ਸ਼ਹਿਰ ਆਏ ਨੇ ਉਹ ਕਿਹੜੇ ਕਿਹੜੇ ਆਏ ਨੇ, ਉਹਦੇ ਵਿੱਚ ਇੱਕ ਤਾਂ ਸਿੰਗਾਪੁਰ ਸਭ ਤੋਂ ਉੱਪਰ ਹੈ ਜੀ। ਇੱਕ ਤੁਹਾਨੂੰ ਪੁਆਇੰਟ ਬਣਦਾ ਕਿ ਅਕੋਰਡਿੰਗ ਟੂ ਵਰਲਡ ਦੇ ਅਕੋਰਡਿੰਗ ਤੇ ਜਿਹੜਾ ਸਭ ਤੋਂ ਜਿਹੜਾ ਟੌਪ ਤੇ ਜਿਹੜਾ ਸ਼ਹਿਰ ਹੈ ਉਹ ਕਿਹੜਾ ਜੀ? ਸਿੰਗਾਪੁਰ। ਇਸ ਤੋਂ ਬਾਅਦ ਕਿਹੜੇ ਕਿਹੜੇ ਸ਼ਹਿਰ ਨੇ? ਸਿਡਨੀ, ਵਲਿੰਗਟਨ, ਪਰਥ, ਮੈਲਬੌਰਨ, ਇਹ ਇਸ ਤੋਂ ਬਾਅਦ ਆਏ ਨੇ। ਯਾਨੀ ਕਿ ਸਭ ਤੋਂ ਟੌਪ ਤੇ ਜੇ ਆਪਾਂ ਦੇਸ਼ ਦੀ ਗੱਲ ਕਰੀਏ, ਜੇ ਆਪਾਂ ਗੱਲ ਕਰੀਏ ਵਿਸ਼ਵ ਦੇ ਅਕੋਰਡਿੰਗ ਤਾਂ ਸਭ ਤੋਂ ਉੱਪਰ ਕੌਣ ਆਇਆ ਜੀ? ਸਿੰਗਾਪੁਰ। ਹੋਰ ਜੇ ਆਪਾਂ ਗੱਲ ਕਰੀਏ ਇੰਡੀਆ ਦੇ ਵਿੱਚ ਕੀ ਹੈ? ਬੈਂਗਲੁਰੂ। ਠੀਕ ਹੈ ਜੀ। ਇਹਨਾਂ ਨੂੰ ਬੈਂਗਲੁਰੂ, ਹੈਦਰਾਬਾਦ, ਦਿੱਲੀ, ਮੁੰਬਈ, ਇਹਨਾਂ ਨੂੰ ਕੀ ਰੱਖਿਆ ਗਿਆ? ਟੌਪ 20 ਦੇ ਵਿੱਚ ਰੱਖਿਆ ਗਿਆ। ਇਹ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਵਪਾਰਕ ਰੀਅਲ ਅਸਟੇਟ ਵਿੱਚ ਚੋਟੀ ਦੇ 5 ਹਰੇ ਦਰਜੇ ਵਾਲੇ ਸ਼ਹਿਰ ਹਨ।
ਕਿਉਂਕਿ ਗ੍ਰੀਨ ਬੌਂਡ ਵਾਲੇ ਇਹ ਕੀ ਨੇ, ਇਹ ਸ਼ਹਿਰ ਨੇ ਏਸ਼ੀਆ ਦੇ ਪ੍ਰਸ਼ਾਂਤ ਖੇਤਰ ਦੇ ਵਿੱਚ। ਨੈਕਸਟ ਆਪਾਂ ਪੁਆਇੰਟ ਦੀ ਗੱਲ ਕਰੀਏ, ਭਾਰਤੀ ਸ਼ਹਿਰਾਂ ਦਾ ਕੀ ਦਰਜਾ ਇਸ ਦੇ ਵਿੱਚ। ਠੀਕ ਹੈ ਜੀ, ਭਾਰਤੀ ਸ਼ਹਿਰਾਂ ਵਿੱਚ ਬੰਗਲੌਰ ਪਹਿਲੇ ਸਥਾਨ ਤੇ ਸੀ, ਬੰਗਲੌਰ ਪਹਿਲੇ ਸਥਾਨ ਤੇ ਸੀ, ਜਦਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਇਸ ਨੂੰ 14ਵਾਂ ਸਥਾਨ ਮਿਲਿਆ। ਜਾਣੀ ਕਿ ਇੰਡੀਆ ਵੱਲੋਂ ਬੰਗਲੌਰ ਪਹਿਲੇ ਤੇ ਆ, ਔਰ ਜੇ ਆਪਾਂ ਗੱਲ ਕਰੀਏ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਇਹਨੂੰ ਕਿਹੜਾ ਸਥਾਨ ਮਿਲਿਆ, 14ਵਾਂ ਸਥਾਨ ਮਿਲਿਆ। ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਇੰਡੀਆ ਦੇ ਜਿਹੜੇ 4 ਦੇਸ਼ ਨੇ ਉਹਨੂੰ ਕੀ ਆਏ ਨੇ, ਟੌਪ 20 ਦੇ ਵਿੱਚ ਆਏ ਨੇ। ਗੋਲਡ ਮਿਆਰੀ ਸ਼੍ਰੇਣੀ ਨੂੰ ਪ੍ਰਾਪਤ ਕਰਨ ਵਾਲਾ ਬੰਗਲੌਰ ਇਕਲੌਤਾ ਭਾਰਤੀ ਸ਼ਹਿਰ ਹੈ। ਠੀਕ ਹੈ ਜੀ, ਗੋਲਡ ਮਿਆਰੀ ਨੂੰ, ਗੋਲਡ ਸਟੈਂਡਰਡ ਨੂੰ ਜਿਹੜਾ ਹੈਗਾ ਪ੍ਰਾਪਤ ਕਰਨ ਵਾਲਾ, ਜਿਹੜਾ ਅਚੀਵ ਕਰਨ ਵਾਲਾ ਕਿਹੜਾ ਬੰਗਲੌਰ ਕੀ ਹੈ, ਇਕੱਲਾ ਸ਼ਹਿਰ ਹੈ। ਦਿੱਲੀ ਤੋਂ ਬਾਅਦ ਬੰਗਲੌਰ ਦਾ ਨੰਬਰ ਆਉਂਦਾ ਜੀ, ਜਿਸ ਨੂੰ ਏਸ਼ੀਆ ਪੈਸੀਫਿਕ ਖੇਤਰ ਵਿੱਚ 18ਵਾਂ ਸਥਾਨ ਦਿੱਤਾ ਗਿਆ। ਠੀਕ ਹੈ ਜੀ, ਤਾਂ ਜਾਣੀ ਕਿ ਇਸ ਨੂੰ ਕੀ ਹੈ 17ਵਾਂ ਸਥਾਨ ਦਿੱਤਾ ਗਿਆ। ਹੈਦਰਾਬਾਦ ਨੂੰ ਭਾਰਤ ਵਿੱਚ ਤੀਜਾ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ 18ਵਾਂ। ਹੈਦਰਾਬਾਦ ਇੰਡੀਆ, ਜਿਹੜਾ ਹੈਦਰਾਬਾਦ ਹੈ ਇਸ ਨੂੰ ਇੰਡੀਆ 'ਚ ਤੀਜਾ, ਔਰ ਜੇ ਆਪਾਂ ਏਸ਼ੀਆ ਪ੍ਰਸ਼ਾਂਤ ਖੇਤਰ ਦੀ ਗੱਲ ਕਰੀਏ ਉਹ 'ਚ ਕਿੰਨਵਾਂ ਸਥਾਨ ਹੈ, 18ਵਾਂ। ਠੀਕ ਹੈ, ਔਰ ਜੇ ਆਪਾਂ ਗੱਲ ਕਰੀਏ ਟੌਪ 20 ਦੇ ਵਿੱਚ ਇੰਡੀਆ ਦੇ ਕਿੰਨੇ ਸ਼ਹਿਰ ਆਏ ਨੇ ਜੀ, 4 ਆਏ ਨੇ। ਮੁੰਬਈ ਭਾਰਤੀ ਸ਼ਹਿਰਾਂ ਵਿੱਚ ਚੌਥੇ ਅਤੇ ਇਧਰੋਂ ਕਿੰਨਵਾਂ, 20ਵਾਂ ਸਥਾਨ ਹੈ। ਨੈਕਸਟ ਪੁਆਇੰਟ, ਭਾਰਤ ਵਿੱਚ ਟਿਕਾਊ ਵਿਕਾਸ ਦੇ ਵਾਧੇ ਦੇ ਕੀ ਕਾਰਨ ਹਨ, ਸਸਟੇਨੇਬਲ ਡਿਵੈਲਪਮੈਂਟ ਦੇ ਕੀ ਕਾਰਨ ਨੇ। ਨਵੀਂ ਮਾਰਕੀਟ ਗਤੀਸ਼ੀਲਤਾ ਦੇ ਕਾਰਨ ਵਿੱਚ ਟਿਕਾਊ ਵਿਕਾਸ ਨੂੰ ਅੱਗੇ ਵਧਾਇਆ ਗਿਆ ਹੈ। ਠੀਕ ਹੈ ਜੀ, ਕਾਰਬਨ ਨਿਰਪੱਖਤਾ ਪ੍ਰਤੀ ਗਲੋਬਲ ਵਚਨਬੱਧਤਾ ਅਤੇ ਸ਼ੁੱਧ ਜ਼ੀਰੋ ਵਾਤਾਵਰਣ ਅਨੁਕੂਲ ਅਹਾਤੇ ਬਣਾਉਣ ਤੇ ਫੋਕਸ। ਇਸ ਨਾਲ ਭਾਰਤੀ ਡਿਵੈਲਪਰਾਂ ਨੇ ਲੋੜ ਨੂੰ ਪੂਰਾ ਕਰਨ ਲਈ ਆਪਣੇ ਉਤਪਾਦਾਂ ਨੂੰ ਵਿਕਸਿਤ ਕਰਨ ਲਈ ਅਗਵਾਈ ਕੀਤੀ ਹੈ। ਇਹ ਕੀ ਨੇ, ਇਸ ਦੇ ਮੇਨ ਕਾਰਨ ਰਹੇ ਨੇ। ਭਾਰਤ ਵਿੱਚ ਗ੍ਰੀਨ ਬੌਂਡ ਕੀ ਹੈ, ਇਹ ਗ੍ਰੀਨ ਬੌਂਡ ਕੀ ਨੇ। ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਗ੍ਰੀਨ ਬੌਂਡ ਜਾਰੀ ਕਰਨ ਵਾਲਾ ਸਾਲਾਨਾ ਆਧਾਰ 523% ਵਾਧਾ ਹੋਇਆ। ਗ੍ਰੀਨ ਬੌਂਡ ਜਾਰੀ ਕਰਨ ਵਾਲਾ ਕਿੰਨਾ ਵਾਧਾ ਹੋਇਆ, 523% ਦਾ ਵਾਧਾ ਹੋਇਆ। ਇਹ 2020 ਦੇ ਵਿੱਚ USD 1.1 ਬਿਲੀਅਨ ਸੀ, 1.1 ਬਿਲੀਅਨ ਸੀ, ਅਤੇ 2021 ਵਿੱਚ ਵੱਧ ਕੇ 6.8 ਬਿਲੀਅਨ ਹੋ ਗਈ। ਅਤੇ ਐਟ ਪੈਂਟ ਕਿੰਨੀ ਹੈ ਇਹ ਵਰਤਮਾਨ ਵਿੱਚ ਭਾਰਤ ਵਿੱਚ 2021 ਵਿੱਚ ਜਾਰੀ ਕੀਤੇ ਗ੍ਰੀਨ ਬੌਂਡ ਦੀ ਕੁੱਲ ਰਕਮ ਦੇ ਸੰਬੰਧ ਵਿੱਚ ਏਸ਼ੀਆ ਪ੍ਰਸ਼ਾਂਤ ਵਿੱਚੋਂ 6ਵਾਂ ਸਭ ਤੋਂ ਵੱਡਾ ਦੇਸ਼ ਬਣ ਗਿਆ। ਜੇ ਆਪਾਂ ਗੱਲ ਕਰੀਏ, ਜੇ ਆਪਾਂ ਭਾਰਤ ਦੀ ਗੱਲ ਕਰੀਏ, ਭਾਰਤ 2021 ਵਿੱਚ ਜਾਰੀ ਕੀਤੇ ਗ੍ਰੀਨ ਬੌਂਡਾਂ ਦੀ ਕੁੱਲ ਰਕਮ ਦੇ ਸੰਬੰਧ ਵਿੱਚ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚੋਂ ਇੰਡੀਆ ਕਿੰਨਵਾਂ ਸਥਾਨ ਬਣ ਗਿਆ, 6ਵਾਂ ਸਥਾਨ ਬਣ ਗਿਆ ਜੀ। ਨੈਕਸਟ ਆਪਾਂ ਪੁਆਇੰਟ ਦੀ ਗੱਲ ਕਰੀਏ, ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਗ੍ਰੀਨ ਬੌਂਡ ਜਾਰੀ ਕਰਨਾ ਕੀ ਸਿਸਟਮ ਹੈ। ਕਲਾਈਮੇਟ ਬੌਂਡ ਇਨੀਸ਼ੀਏਟਿਵ ਦੇ ਅਨੁਮਾਨਾਂ ਅਨੁਸਾਰ 2021 ਵਿੱਚ ਖੇਤਰ 126 ਬਿਲੀਅਨ ਡਾਲਰ ਤੇ ਗ੍ਰੀਨ ਬੌਂਡ ਜਾਰੀ ਕੀਤੇ। 68 ਅਰਬ ਡਾਲਰ ਦੀ ਸਭ ਤੋਂ ਵੱਡੀ ਰਕਮ ਚੀਨ ਦੀ ਹੈ, ਜਾਣੀ ਕਿ ਸਭ ਤੋਂ ਵੱਡੀ ਰਕਮ ਕਿੱਥੋਂ ਦੀ ਹੈ, 68 ਅਰਬ ਡਾਲਰ ਦੀ ਚਾਈਨਾ ਦੀ ਹੈ। ਨੈਕਸਟ ਨਿਊਜ਼ ਦੀ ਗੱਲ ਕਰੀਏ, ਭਾਰਤ ਦੇ ਸਿਹਤ ਖੇਤਰ ਨੂੰ ਸਮਰਥਨ ਦੇਣ ਲਈ ਵਿਸ਼ਵ ਬੈਂਕ ਦਾ ਕਰਜ਼ਾ। ਇਹ ਵੀ ਬਹੁਤ ਇੰਪੋਰਟੈਂਟ ਨਿਊਜ਼ ਬਣਦੀ ਹੈ। 1 ਜੁਲਾਈ 2022 ਦੀ ਆਪਾਂ ਨਿਊਜ਼ ਡਿਸਕਸ਼ਨ ਕਰ ਰਹੇ ਹਾਂ। ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਦੇ ਬੋਰਡ ਨੇ ਭਾਰਤ ਦੇ ਸਿਹਤ ਖੇਤਰ ਨੂੰ ਸਮਰਥਨ ਦੇਣ ਅਤੇ ਵਧਾਉਣ ਲਈ 500 ਮਿਲੀਅਨ ਡਾਲਰ ਦੇ 2 ਪੂਰਕ ਕਰਜ਼ਿਆਂ ਨੂੰ ਮਨਜ਼ੂਰੀ ਦਿੱਤੀ ਹੈ। ਕੀ ਇਸ ਦੇ ਕੀ ਹੋਰ ਮੇਨ ਪੁਆਇੰਟਸ ਨੇ, ਆਪਾਂ ਉਹਨਾਂ ਤੇ ਡਿਸਕਸ਼ਨ ਕਰਦੇ ਹਾਂ। ਵਿਸ਼ਵ ਬੈਂਕ ਦੁਆਰਾ USD 1 ਬਿਲੀਅਨ ਦੀ ਵਿੱਤੀ ਸਹਾਇਤਾ ਭਾਰਤ ਦੀ ਆਪਣੀ ਇੱਕ ਸਕੀਮ ਆਈ ਸੀ, ਪ੍ਰਧਾਨ ਮੰਤਰੀ ਅੰਸ਼ੁਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ, ਜੋ ਇਹਨਾਂ ਦਾ ਸਮਰਥਨ ਕਰੇਗੀ। ਜਾਣੀ ਕਿ ਇਹਦਾ ਕੀ ਹੈ, ਜਿਹੜੀ ਇਹ ਕਰਜ਼ਾ ਕਿਹਨੂੰ ਸਪੋਰਟ ਕਰੂਗੀ, ਇਹ PMABHIM ਨੂੰ। PMABHIM ਕੀ ਹੈ, ਪ੍ਰਧਾਨ ਮੰਤਰੀ ਅੰਸ਼ੁਮਾਨ ਭਾਰਤ ਹੈਲਥ ਇਨਫਰਾਸਟ੍ਰਕਚਰ ਮਿਸ਼ਨ। ਉਹ ਸਕੀਮ ਕੀ ਕਰੂਗੀ, ਇਹ ਸਪੋਰਟ ਕਰੂਗੀ। ਇਹ ਸਕੀਮ ਕਦੋਂ ਲਾਂਚ ਹੋਈ ਸੀ, ਇਹ ਸਕੀਮ ਅਕਤੂਬਰ 2021 ਵਿੱਚ ਲਾਂਚ ਕੀਤੀ ਗਈ ਸੀ। ਉਹਦਾ ਮੇਨ ਮੋਟਿਵ ਕੀ ਹੈ, ਜਿਹੜੀਆਂ ਜਨਤਕ ਸਿਹਤ ਸੰਭਾਲ ਦੇ ਜਿਹੜੇ ਇਨਫਰਾਸਟ੍ਰਕਚਰ ਸਿਸਟਮ ਨੂੰ ਹੈ ਉਹਦੇ ਵਿੱਚ ਕੀ ਕਰਨਾ, ਸੁਧਾਰ ਕਰਨਾ ਇਹਦਾ ਮੇਨ ਮੋਟਿਵ ਹੈ। ਕਰਜ਼ਿਆਂ ਵਿੱਚ ਇਹਦੇ ਵਿੱਚ ਜਿਹੜਾ ਮੇਨ ਜਿਹੜਾ ਕਰਜ਼ਾ ਉਹ ਕਿਹੜੀਆਂ ਸਟੇਟਸ ਨੂੰ ਦੇਣਾ, ਆਂਧਰਾ ਪ੍ਰਦੇਸ਼, ਮੇਘਾਲਿਆ, ਪੰਜਾਬ, ਕੇਰਲਾ, ਉੜੀਸਾ, ਉੱਤਰ ਪ੍ਰਦੇਸ਼, ਤਾਮਿਲਨਾਡੂ ਸਮੇਤ 7 ਰਾਜਾਂ ਨੂੰ ਕੀਤੀ ਇਹਦੇ ਵਿੱਚ ਪ੍ਰੈਫਰੈਂਸ ਦਿੱਤੀ ਗਈ, ਆਪਾਂ ਕਹਿੰਦੇ ਤਰਜੀਹ ਦਿੱਤੀ ਗਈ ਹੈ। ਠੀਕ ਹੈ ਜੀ। ਹੁਣ ਨੈਕਸਟ ਪੁਆਇੰਟ ਦੀ ਜੇ ਆਪਾਂ ਗੱਲ ਕਰੀਏ, ਭਾਰਤ ਦਾ ਸਿਹਤ ਪ੍ਰਦਰਸ਼ਨ ਕੀ ਹੈ। ਵਿਸ਼ਵ ਬੈਂਕ ਦੇ ਅਨੁਮਾਨ ਦੇ ਅਨੁਸਾਰ ਸਮੇਂ ਦੇ ਨਾਲ ਭਾਰਤ ਦੀ ਸਿਹਤ ਕਾਰਗੁਜ਼ਾਰੀ ਵਿੱਚ ਸੁਧਾਰ ਹੋਇਆ ਹੈ। ਉਹ ਨੈਕਸਟ ਕੀ ਹੈ, ਭਾਰਤ ਵਿੱਚ ਕਹਿੰਦੇ ਜੀਵਨ ਸੰਭਾਵਨਾ 1990 ਚ 58 ਦੇ ਮੁਕਾਬਲੇ 2020 ਚ 69.8 ਸੀ, ਔਰ ਇਹ ਭਾਰਤ ਦੀ ਆਮਦਨ ਦੇ ਪੱਧਰ ਲਈ ਔਸਤ ਨਾਲੋਂ ਵੱਧ ਹੈ। ਆਮਦਨ ਦੇ ਪੱਧਰ ਨਾਲ ਕੀ ਔਸਤ ਨਾਲੋਂ ਵੱਧ ਹੈ। ਔਰ ਜੇ ਆਪਾਂ ਨੈਕਸਟ ਪੁਆਇੰਟ ਦੀ ਗੱਲ ਕਰੀਏ, 5 ਸਾਲਾਂ ਤੋਂ ਘੱਟ ਉਮਰ ਦੀ ਮੌਤ ਦਰ ਪ੍ਰਤੀ 1000 ਜਿੰਦਾ ਜਨਮਾਂ ਤੇ 36 ਮਾਵਾਂ ਦੀ ਮੌਤ ਦਰ ਹੈ। ਜਾਣੀ ਕਿ 5 ਸਾਲ ਤੋਂ ਘੱਟ ਉਮਰ ਦੀ ਮੌਤ ਦਰ ਜੇ ਆਪਾਂ ਗੱਲ ਕਰੀਏ 1000 ਜਿੰਦਾ ਜਨਮਾਂ ਤੇ, ਜੇ ਕੋਈ 1000 ਜਿੰਦਾ ਜਨਮ ਬੱਚੇ ਹੁੰਦੇ ਨੇ ਉਹਦੇ ਕੀ 36 ਦੀ ਹੈ।
और मावां की मौत दर की है 103 प्रति 1 लाख, और जो 1 लाख जो मावां बच्चे ਨੂੰ जन्म ਦਿੰਦੇ ਉਹਦੇ ਵਿੱਚ 103 ਦੀ ਕੀ ਹੈ ਡੈਥ ਹੋ ਜਾਂਦੀ ਹੈ। ਅਤੇ ਬਾਲ ਮੌਤ ਦਰ ਜੇ ਬੱਚਿਆਂ ਦੀ ਜਿਹੜੀ ਮੌਤ ਦਰ ਹੈ ਉਹ 1000 ਬੱਚਿਆਂ ਵਿੱਚ ਕੀ ਹੈ 30 ਦੀ ਹੈ। ਤਾਂ ਆਮਦਨ ਦੇ ਪੱਧਰ ਲਈ ਉਸ ਦੇ ਲਗਭਗ ਬਰਾਬਰ ਆਪਾਂ ਇਸ ਨੂੰ ਕਹਿ ਸਕਦੇ ਹਾਂ। ਦੋ ਕਰਜ਼ੇ ਕੀ ਹਨ? ਇਹ ਦੋ ਕਰਜ਼ੇ ਕੀ ਨੇ? ਦੋ ਕਰਜ਼ੇ ਅਰਥਾਤ ਐਨਹਾਂਸਡ ਹੈਲਥ ਸਰਵਿਸ ਡਿਲੀਵਰੀ ਪ੍ਰੋਗਰਾਮ EHDP ਅਤੇ ਮਹਾਮਾਰੀ ਤਿਆਰੀ ਪ੍ਰੋਗਰਾਮ PHSPP ਲਈ ਜਨਤਕ ਸਿਹਤ ਪ੍ਰਣਾਲੀਆਂ ਨੂੰ ਪੂਰਵਕ ਅਤੇ ਪਰਿਵਰਤਨਸ਼ੀਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਕਰਜ਼ੇ ਵਿਸ਼ਵ ਵਿਆਪੀ ਕਵਰੇਜ ਨੂੰ ਤੇਜ਼ ਕਰਨ, ਲਚਕਤਾ ਅਤੇ ਤਿਆਰੀ ਨੂੰ ਵਧਾਉਣ ਅਤੇ ਭਾਰਤ ਦੀ ਸਿਹਤ ਪ੍ਰਣਾਲੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਸਰਕਾਰ ਦੇ ਸੁਧਾਰ ਏਜੰਡੇ ਦਾ ਸਮਰਥਨ ਕਰਨਗੇ। ਔਰ ਇਹ ਦੋਵੇਂ ਪ੍ਰੋਗਰਾਮ ਉੱਚ ਗੁਣਵੱਤਾ, ਪਹੁੰਚਯੋਗ ਅਤੇ ਕਿਫਾਇਤੀ ਸਿਹਤ ਸੇਵਾਵਾਂ ਦੇ ਵਿਕਾਸ ਵਿੱਚ ਸਹਾਇਤਾ ਕਰਨ ਵਿੱਚ ਕੇਂਦਰ ਅਤੇ ਰਾਜ ਸਰਕਾਰ ਨੂੰ ਵਿਲੱਖਣਤਾ ਪ੍ਰਾਪਤ ਕਰਨਗੇ। ਹੁਣ ਜੇ ਆਪਾਂ ਇਹਨੂੰ ਸ਼ਾਰਟਕਟ ਦੇ ਵਿੱਚ ਆਪਾਂ ਗੱਲ ਕਰੀਏ, ਦੋ ਕਰਜ਼ੇ ਕਿਹੜੇ ਨੇ? ਇੱਕ ਤਾਂ ਦੋ ਕਰਜ਼ੇ ਨੇ PHSSP ਨੂੰ ਸਪੋਰਟ ਕਰਨਗੇ। PHSP ਦੀ ਫੁੱਲ ਫਾਰਮ ਆਪਾਂ ਕਹਿ ਸਕਦੇ ਹਾਂ PHSPP। ਇੱਕ ਤਾਂ ਇਸ ਨੂੰ ਸਪੋਰਟ ਕਰਨਗੇ ਔਰ ਇਹ ਸੰਭਾਵੀ ਅੰਤਰਰਾਸ਼ਟਰੀ ਚਿੰਤਾ ਦੀਆਂ ਮਹਾਮਾਰੀਆਂ ਦਾ ਪਤਾ ਲਗਾਉਣ ਲਈ ਰਿਪੋਰਟ ਕਰਨ ਵਿੱਚ ਭਾਰਤ ਦੀ ਨਿਗਰਾਨੀ ਪ੍ਰਣਾਲੀ ਇਹ ਤੇਜ਼ ਪ੍ਰਕਿਰਿਆ ਨੂੰ ਯਕੀਨੀ ਬਣਾਏਗਾ, ਨਾ ਹੀ ਜਰਾਸੀਮਾਂ ਦੇ ਉਭਾਰਾਂ ਨੂੰ ਰੋਕੇਗਾ। ਠੀਕ ਹੈ, ਇਸ ਦਾ ਕੀ ਇਹ ਜਾਣੀ ਕਿ ਇੱਕ ਤਾਂ PHSSP ਨੂੰ ਸਪੋਰਟ ਕਰੇਗਾ, ਦੂਸਰਾ ਕਿਸ ਨੂੰ ਸਪੋਰਟ ਕਰੇਗਾ? ਇਹ ਦੂਸਰਾ ਕਰੇਗਾ EHSDP ਨੂੰ ਸਪੋਰਟ ਕਰੇਗਾ। ਦੂਜਾ EHSDP ਨੂੰ ਸਪੋਰਟ ਕਰੇਗਾ, ਜੋ ਇਹ ਆਪਾਂ ਨੂੰ ਦੋ ਕਰਜ਼ੇ ਦਿੱਤੇ ਜਾਣਗੇ। ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜੇ ਦੋ ਕਰਜ਼ੇ ਨੇ ਉਹ ਕਿਹਦੇ ਲਈ ਦਿੱਤੇ ਗਏ ਨੇ? PHSPP, ਜਿਹਨੂੰ ਆਪਾਂ ਕਹਿ ਸਕਦੇ ਹਾਂ ਪਬਲਿਕ ਹੈਲਥ ਸਿਸਟਮ ਫॉर ਪੈਂਡੈਮਿਕ ਪ੍ਰੀਪੇਅਰਡਨੈਸ ਪ੍ਰੋਗਰਾਮ। ਔਰ ਜੇ ਆਪਾਂ EHSDP ਦੀ ਗੱਲ ਕਰੀਏ, ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ? ਐਨਹਾਂਸਡ ਹੈਲਥ ਸਰਵਿਸ ਡਿਲੀਵਰੀ ਪ੍ਰੋਗਰਾਮ। ਹੁਣ ਇਸ ਤਰ੍ਹਾਂ ਆਪਾਂ ਅੱਗੇ ਗੱਲ ਕਰਾਂਗੇ ਨੈਕਸਟ ਨਿਊਜ਼ ਦੀ। ਨੈਕਸਟ ਨਿਊਜ਼ ਹੈ ਜੀ ਸੰਯੁਕਤ ਰਾਸ਼ਟਰ ਹੈਬੀਟੈਟ ਵਰਲਡ ਸਿਟੀਜ਼ ਰਿਪੋਰਟ। ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਸਕਦੇ ਹਾਂ UN ਹੈਬੀਟੈਟ। ਇਹਨੂੰ ਆਪਾਂ ਇੰਗਲਿਸ਼ ਲਿਖ ਸਕਦੇ ਹਾਂ UN ਹੈਬੀਟੈਟ ਵਰਲਡ ਸਿਟੀਜ਼ ਰਿਪੋਰਟ। ਠੀਕ ਹੈ ਜੀ, ਤਾਂ ਆਪਾਂ ਇਸ ਬਾਰੇ ਡਿਸਕਸ਼ਨ ਕਰਾਂਗੇ। ਇਹ 2022 ਕਹਿੰਦੇ 29 ਜੂਨ 2022 ਨੂੰ ਸੰਯੁਕਤ ਰਾਸ਼ਟਰ ਨੇ ਹੈਬੀਟੈਟ ਵਰਲਡ ਸਿਟੀ ਰਿਪੋਰਟ ਅਨਾਉਂਸ ਕੀਤੀ ਸੀ। ਸਿਰਲੇਖ ਵਾਲੀ ਆਪਣੀ ਰਿਪੋਰਟ ਨੂੰ ਪ੍ਰਕਾਸ਼ ਕੀਤਾ। ਰਿਪੋਰਟ ਇਹਦੇ ਮੇਨ ਪੁਆਇੰਟਸ ਕੀ ਨੇ, ਕੀ ਪੁਆਇੰਟਸ ਨੇ ਇਸ ਨਿਊਜ਼ ਦੇ, ਆਪਾਂ ਉਹਨਾਂ ਉੱਤੇ ਡਿਸਕਸ਼ਨ ਕਰਾਂਗੇ। ਸੰਯੁਕਤ ਰਾਸ਼ਟਰ ਹੈਬੀਟੈਟ ਵਰਲਡ ਸਿਟੀਜ਼ ਰਿਪੋਰਟ 2022 ਵਿੱਚ ਉਜਾਗਰ ਕਰਦੀ ਹੈ, ਇਹ ਦੱਸਦੀ ਹੈ ਕਿ COVID-19 ਮਹਾਮਾਰੀ ਦੇ ਕਾਰਨ ਭਾਰਤ ਵਿੱਚ ਤੇਜ਼ੀ ਨਾਲ ਸ਼ਹਿਰੀਕਰਨ ਵਿੱਚ ਅਸਥਾਈ ਤੌਰ ਤੇ ਦੇਰੀ ਹੋਈ ਸੀ। ਕਿ ਜਿਹੜੇ ਪਹਿਲਾਂ ਕਿ ਬਹੁਤ ਜਲਦੀ ਇੱਕ ਫਾਸਟ ਅਰਬਨਾਈਜੇਸ਼ਨ ਹੋ ਰਹੀ ਸੀ, ਲੋਕ ਸ਼ਹਿਰਾਂ ਵੱਲ ਭੱਜ ਰਹੇ ਸੀ, ਤਾਂ COVID-19 ਦੀ ਵਜ੍ਹਾ ਕਰਕੇ ਕੀ ਹੋਇਆ ਸੀ, ਉਸ ਦੇ ਸ਼ਹਿਰੀਕਰਨ ਅਰਬਨਾਈਜੇਸ਼ਨ ਦੇ ਲਈ ਥੋੜੀ ਜਿਹੀ ਡਿਲੇ ਹੋਇਆ ਸੀ COVID-19 ਦੇ ਕਾਰਨ। ਕਹਿੰਦੇ ਭਾਰਤ ਵਿੱਚ ਸ਼ਹਿਰੀ ਆਬਾਦੀ ਜਿਹੜੀ 2035 ਵਿੱਚ ਕਿੰਨੀ ਹੋ ਜੂ? ਲਗਭਗ 675 ਮਿਲੀਅਨ ਤੱਕ ਪਹੁੰਚਣ ਦਾ ਇੱਕ ਅੰਦਾਜ਼ਾ ਅਨੁਮਾਨ ਹੈ। ਇਹ ਚੀਨ ਦੀ 1 ਬਿਲੀਅਨ ਤੋਂ ਬਾਅਦ ਦੂਜਾ ਸਭ ਤੋਂ ਉੱਚਾ ਅੰਕੜਾ ਹੋਵੇਗਾ। ਜਿਵੇਂ ਕਿ ਚਾਈਨਾ ਵਿੱਚ ਕੀ ਹੈ 1 ਬਿਲੀਅਨ ਹੈ, ਉਸ ਤੋਂ ਬਾਅਦ ਦੂਜਾ ਉੱਚਾ ਅੰਕੜਾ ਕੀ ਹੋਊਗਾ? ਆਪਣੇ ਇੰਡੀਆ ਦਾ ਹੋਊਗਾ। ਨੈਕਸਟ ਪੁਆਇੰਟ ਇਹਨਾਂ ਨੇ ਕੀ ਕਿਹਾ? ਕਹਿੰਦੇ COVID-19 ਮਹਾਮਾਰੀ ਤੋਂ ਬਾਅਦ ਗਲੋਬਲ ਸ਼ਹਿਰੀ ਆਬਾਦੀ ਦੁਬਾਰਾ ਵੱਧ ਰਹੀ ਹੈ। ਯਾਨੀ ਕਿ ਇਸ ਤੋਂ ਬਾਅਦ ਕੀ ਹੋਵੇਗਾ? ਜਿਹੜੀ ਗਲੋਬਲ ਜਿਹੜੀ ਅਰਬਨ ਪਾਪੂਲੇਸ਼ਨ ਹੈ ਉਹ ਦੁਬਾਰਾ ਵੱਧ ਰਹੀ ਹੈ। ਇਹ 2050 ਤੱਕ ਹੋਰ ਕਿੰਨੀ ਹੋ ਜੂਗੀ? 2.2 ਬਿਲੀਅਨ ਤੱਕ ਵੱਧ ਜਾਵੇਗੀ। ਨੈਕਸਟ ਪੁਆਇੰਟ ਤੇ ਆਪਾਂ ਗੱਲ ਕਰੀਏ, ਕਹਿੰਦੇ ਭਾਰਤ ਦੀ ਸ਼ਹਿਰੀ ਆਬਾਦੀ 2020 ਵਿੱਚ ਕਿੰਨੀ ਸੀ? ਇਹ ਸੀ 48 ਕਰੋੜ 30 ਲੱਖ 99,000। ਤਾਂ 2035 ਚ ਕਿੰਨੀ ਹੋ ਜਾਣੀ ਜੀ? ਇਹ ਕਹਿੰਦੇ 2035 ਚ ਹੋ ਜੂਗੀ 67 ਕਰੋੜ 54 ਲੱਖ 56,000 ਕੀ ਹੋ ਜੂਗੀ? ਇਹ 2035 ਦੇ ਵਿੱਚ ਹੋਣ ਦੀ ਸੰਭਾਵਨਾ ਤੱਕ ਪਹੁੰਚਣ ਦੀ ਸੰਭਾਵਨਾ ਹੈ। 2035 ਤੱਕ ਭਾਰਤ ਦੀ ਸ਼ਹਿਰੀ ਖੇਤਰਾਂ ਵਿੱਚ ਆਬਾਦੀ ਦੀ ਪ੍ਰਤੀਸ਼ਤਤਾ ਜਿਹੜੀ ਹੋਊਗੀ ਉਹ ਕਿੰਨੀ ਹੋ ਜੂਗੀ? 43.2% ਦੇ ਲਗਭਗ ਹੋ ਜਾਵੇਗੀ। ਹੁਣ ਜੇ ਆਪਾਂ ਨੂੰ ਗਲੋਬਲੀ ਦੇਖੀਏ, ਗਲੋਬਲੀ ਕੀ ਹੈ ਜੀ? ਗਲੋਬਲੀ ਦੀ ਕੀ ਪਿਕਚਰ ਹੈ? ਕਹਿੰਦੇ ਚੀਨ ਵਿੱਚ ਸ਼ਹਿਰੀ ਆਬਾਦੀ 2035 ਵਿੱਚ ਕਿੰਨੀ ਹੋ ਜੂਗੀ? 1.05 ਬਿਲੀਅਨ ਤੱਕ ਪਹੁੰਚਣ ਦਾ ਕੀ ਹੈ ਅਨੁਮਾਨ ਹੈ। 1.05 ਬਿਲੀਅਨ ਤੱਕ ਪਹੁੰਚਣ ਦਾ ਕੀ ਹੈ ਅਨੁਮਾਨ ਹੈ। ਔਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ
2035 ਵਿੱਚ ਏਸ਼ੀਆ ਵਿੱਚ ਸ਼ਹਿਰੀ ਆਬਾਦੀ ਵੱਧ ਕੇ ਕਿੰਨੀ ਹੋ ਜਾਊਗੀ? ਜੇ ਆਪਾਂ ਓਵਰਆਲ ਏਸ਼ੀਆ ਦੀ ਗੱਲ ਕਰੀਏ, ਸ਼ਹਿਰੀ ਆਬਾਦੀ ਵੱਧ ਕੇ ਕਿੰਨੀ ਹੋ ਜਾਣੀ ਹੈ? 2.99 ਬਿਲੀਅਨ ਹੋ ਜਾਵੇਗੀ ਏਸ਼ੀਆ ਦੀ, ਜੇ ਆਪਾਂ ਗੱਲ ਕਰੀਏ। ਨੈਕਸਟ ਪੁਆਇੰਟ ਕੀ ਹੈ ਕਿ ਚੀਨ ਅਤੇ ਭਾਰਤ ਵਰਗੀਆਂ ਵੱਡੀਆਂ ਅਰਥ ਵਿਵਸਥਾਵਾਂ ਵਿਸ਼ਵ ਦੀ ਆਬਾਦੀ ਦਾ ਵੱਡਾ ਹਿੱਸਾ ਹਨ। ਇਹ ਕਿਨੇ ਵਿਸ਼ਵ ਦੀ ਆਬਾਦੀ ਦਾ? ਨੈਚੁਰਲੀ ਗੱਲ ਹੈ ਕਿ ਚਾਈਨਾ ਪਹਿਲੇ ਨੰਬਰ ਤੇ, ਪਾਪੂਲੇਸ਼ਨ ਵਾਈਜ਼, ਔਰ ਇੰਡੀਆ ਦੂਜੇ ਨੰਬਰ ਤੇ ਹੈ। ਇਹਨਾਂ ਦੇਸ਼ਾਂ ਵਿੱਚ ਵਿਕਾਸ ਦੇ ਚਾਲ ਚੱਲਣ ਨੇ ਵਿਸ਼ਵ ਵਿਆਪੀ ਅਸਮਾਨਤਾ ਨੂੰ ਪ੍ਰਭਾਵਿਤ ਕੀਤਾ ਹੈ। ਤਾਂ ਜਿੱਥੇ ਜਿੰਨੀ ਜ਼ਿਆਦਾ ਪਾਪੂਲੇਸ਼ਨ, ਉੱਥੇ ਇਕੋਨਮੀ ਦਾ ਵੀ ਉਨਾ ਜ਼ਿਆਦਾ ਹੀ ਇਫੈਕਟ ਪਵੇਗਾ, ਕਿਉਂਕਿ ਜਿੱਥੇ ਜਿੰਨੀ ਜ਼ਿਆਦਾ ਪਾਪੂਲੇਸ਼ਨ ਉੱਥੇ ਉਨੀ ਜ਼ਿਆਦਾ ਕੰਜਪਸ਼ਨ, ਔਰ ਕੰਜਪਸ਼ਨ ਦੇ ਅਕੋਰਡਿੰਗ ਨੈਚੁਰਲੀ ਗੱਲ ਹੈ ਕਿ ਇਕੋਨਮੀ 'ਤੇ ਇਫੈਕਟ ਪੈਣਾ ਹੀ ਪੈਣਾ। ਪਿਛਲੇ 2 ਦਹਾਕਿਆਂ ਵਿੱਚ ਭਾਰਤ ਅਤੇ ਚੀਨ ਨੇ ਤੇਜ਼ੀ ਨਾਲ ਸ਼ਹਿਰੀਕਰਨ ਅਤੇ ਆਰਥਿਕ ਵਿਕਾਸ ਦਾ ਅਨੁਭਵ ਕੀਤਾ ਹੈ। ਜਿਵੇਂ ਕਿ ਲਾਸਟ ਆਪਾਂ 2 ਡਿਕੇਡ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੋਇਆ ਹੈ ਕਿ ਚਾਈਨਾ ਅਤੇ ਇੰਡੀਆ ਨੇ ਕੀ ਹੈ, ਬਹੁਤ ਤੇਜ਼ ਤਰੀਕੇ ਦੇ ਨਾਲ ਅਰਬਨਾਈਜੇਸ਼ਨ ਅਤੇ ਜੋ ਹੈ ਇੱਕ ਇਕੋਨਮਿਕ ਡਿਵੈਲਪਮੈਂਟ ਦਾ ਇੱਕ ਅਨੁਭਵ ਕੀਤਾ ਹੈ। ਨਤੀਜੇ ਵਜੋਂ ਗਰੀਬੀ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੀ ਆਈ ਹੈ? ਕਮੀ ਆਈ ਹੈ। ਆਬਾਦੀ ਵਿੱਚ ਕੁਦਰਤੀ ਵਾਧਾ। ਆਬਾਦੀ ਵਿੱਚ ਕੁਦਰਤੀ ਵਾਧਾ ਦਾ ਕੀ ਕਾਰਨ ਹੈ? ਰਿਪੋਰਟ ਦੇ ਅਨੁਸਾਰ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਮੌਜੂਦਾ ਸ਼ਹਿਰੀ ਆਬਾਦੀ ਵੱਧਦੀ ਜਨਮ ਦਰ ਦੇ ਨਾਲ ਕੁਦਰਤੀ ਤੌਰ ਤੇ ਵੱਧਦੀ ਜਾ ਰਹੀ ਹੈ। ਸ਼ਹਿਰੀ ਆਬਾਦੀ 2021 ਵਿੱਚ ਵਿਸ਼ਵ ਦੀ ਕੁੱਲ ਆਬਾਦੀ ਦੇ 56% ਤੋਂ 2050 ਤੱਕ 68% ਹੋ ਜਾਵੇਗੀ। ਜੇ ਆਪਾਂ ਗੱਲ ਕਰੀਏ 2021 ਦੇ ਵਿੱਚ ਜਿਹੜੀ ਸ਼ਹਿਰੀ ਆਬਾਦੀ ਉਹ 2021 ਵਿੱਚ 50% ਹੈ, ਔਰ 2050 ਤੱਕ ਕਿੰਨੀ ਹੋ ਜਾਊਗੀ? 68% ਹੋਣ ਦੀ ਉਮੀਦ ਹੈ ਕਿ ਸ਼ਹਿਰੀ ਆਬਾਦੀ 68% ਹੋ ਜਾਵੇਗੀ। ਕੋਵਿਡ-19 ਮਹਾਮਾਰੀ ਦਾ ਪ੍ਰਭਾਵ। ਇਹਦਾ ਕੀ ਪ੍ਰਭਾਵ ਪਿਆ? ਰਿਪੋਰਟ ਦੇ ਅਨੁਸਾਰ ਕੋਵਿਡ-19 ਮਹਾਮਾਰੀ ਦੇ ਵਿਚਕਾਰ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਲਈ ਵੱਡੇ ਪੱਧਰ ਤੇ ਉਡਾਨ, ਯਾਨੀ ਕਿ ਵੱਡੇ ਸ਼ਹਿਰਾਂ ਤੋਂ ਕਿਸ ਤਰ੍ਹਾਂ ਕਿ ਛੋਟੇ ਸ਼ਹਿਰਾਂ ਵੱਲ ਕਾਫੀ ਆਏ ਨੇ, ਇੱਕ ਛੋਟੀ ਮਿਆਦ ਦੀ ਪ੍ਰਤੀਕਿਰਿਆ ਸੀ। ਇਹ ਗਲੋਬਲ ਸ਼ਹਿਰੀਕਰਨ ਦੇ ਰਾਹ ਵਿੱਚ ਰੁਕਾਵਟ ਨਹੀਂ ਬਣੇਗਾ। ਨੈਕਸਟ ਪੁਆਇੰਟ ਤੇ ਆਪਾਂ ਗੱਲ ਕਰੀਏ ਸ਼ਹਿਰੀ ਗਰੀਬੀ ਅਤੇ ਅਸਮਾਨਤਾ। ਇਹਦਾ ਕੀ ਕਾਰਨ ਹੈ? ਰਿਪੋਰਟ ਦੇ ਅਨੁਸਾਰ ਸ਼ਹਿਰੀ ਗਰੀਬੀ ਅਤੇ ਅਸਮਾਨਤਾ ਸਭ ਤੋਂ ਗੁੰਝਲਦਾਰ ਅਤੇ ਬਹੁਤ ਗੁੰਝਲਦਾਰ ਸਮੱਸਿਆਵਾਂ ਹਨ। ਮੁੰਬਈ, ਨੈਰੋਬੀ, ਰਿਓ ਡੀ ਜਨੇਰੀਓ ਵਿੱਚ ਬਹੁਤ ਜ਼ਿਆਦਾ ਝੁੱਗੀਆਂ ਝੋਪੜੀਆਂ, ਲੰਦਨ ਵਿੱਚ ਪੁਰਾਣੀ ਬੇਘਰਤਾ ਆਦਿ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਸ਼ਹਿਰੀ ਗਰੀਬੀ ਅਤੇ ਅਸਮਾਨਤਾ ਨਾਲ ਨਜਿੱਠਣਾ ਸਮਾਵੇਸ਼ੀ ਅਤੇ ਬਰਾਬਰੀ ਵਾਲੇ ਸ਼ਹਿਰ ਭਵਿੱਖ ਦੇ ਨਿਰਮਾਣ ਲਈ ਮੁੱਖ ਤਰਜੀਹਾਂ ਹਨ। ਨੈਕਸਟ ਆਪਾਂ ਗੱਲ ਕਰੀਏ ਉਦਮੀ ਭਾਰਤ ਪ੍ਰੋਗਰਾਮ। ਇਹ ਵੀ ਇੰਪੋਰਟੈਂਟ ਨਿਊਜ਼ ਅੱਜ ਦੇ ਲਈ। ਉਦਮੀ ਭਾਰਤ ਪ੍ਰੋਗਰਾਮ ਕਹਿੰਦੇ ਇਹ ਉਦਮੀ ਭਾਰਤ ਪ੍ਰੋਗਰਾਮ ਨੂੰ 30 ਜੂਨ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਹੈ। ਇਸਨੂੰ ਲਾਂਚ ਕੀਤਾ ਹੈ। ਇਹਦੇ ਵਿੱਚ ਕੀ ਮੇਨ ਪੁਆਇੰਟਸ ਤੇ ਆਪਾਂ ਨਾਲ ਡਿਸਕਸ਼ਨ ਕਰਾਂਗੇ। ਇਸ ਮੌਕੇ ਤੇ ਪੀਐਮ ਸਾਹਿਬ ਨੇ ਕਿਹੜੇ ਪਹਿਲ ਕਦਮ ਦੀ ਸ਼ੁਰੂਆਤ ਕੀਤੀ ਹੈ? MSME ਪ੍ਰਦਰਸ਼ਨ ਸਕੀਮ ਨੂੰ ਵਧਾਉਣਾ ਅਤੇ ਤੇਜ਼ ਕਰਨਾ। ਠੀਕ ਹੈ। ਉਹ ਦੂਜਾ ਪੁਆਇੰਟ ਕੀ ਹੈ? ਪਹਿਲੀ ਵਾਰ MSME ਨਿਰਯਾਤਕਾਂ CBFTE ਸਕੀਮ ਦੀ ਸਮਰੱਥਾ ਨਿਰਮਾਣ। ਠੀਕ ਹੈ। MSME ਸੈਕਟਰ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ PMEGP ਦੀ ਨਵੀਆਂ ਵਿਸ਼ੇਸ਼ਤਾਵਾਂ। ਇਹਨੂੰ ਇਹਦੇ ਵਿੱਚ ਕੀਤਾ ਗਿਆ, ਕੁਝ ਨਵੀਆਂ ਪਾਲਿਸੀ ਲੈ ਕੇ ਆਏ ਨੇ। 2022-23 ਦੇ ਲਈ PMEGP ਦੇ ਲਾਭਪਾਤਰੀਆਂ ਨੂੰ ਡਿਜੀਟਲ ਰੂਪ ਵਿੱਚ ਸਹਾਇਤਾ ਵੀ ਟ੍ਰਾਂਸਫਰ ਕੀਤੀ ਗਈ। MSME ਆਈਡੀਆ ਹੈਕਥੌਨ 2022 ਦੇ ਨਤੀਜਿਆਂ ਦੀ ਘੋਸ਼ਣਾ ਕੀਤੀ ਅਤੇ ਰਾਸ਼ਟਰੀ MSME ਅਵਾਰਡ 2022 ਦੀ ਵੰਡ ਕੀਤੀ। ਇਸ ਪ੍ਰੋਗਰਾਮ ਦੇ ਵਿੱਚ ਸਵੈ ਨਿਰਭਰ ਭਾਰਤ ਵਿੱਚ ਫੰਡ ਵਿੱਚ 75 MSMEs ਨੂੰ ਡਿਜੀਟਲ ਇਕੁਇਟੀ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਹਨ। ਅੱਗੇ ਆਪਾਂ ਹੋਰ ਨਿਊਜ਼ ਥੋੜਾ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਰੈਂਪ ਸਕੀਮ, ਜਿਵੇਂ ਆਪਾਂ ਉੱਪਰ ਗੱਲ ਕੀਤੀ ਸੀ ਰੈਂਪ ਸਕੀਮ ਦੀ, ਕਿ ਇਹਦੇ ਵਿੱਚ MSME ਪ੍ਰਦਰਸ਼ਨ ਰੈਂਪ ਸਕੀਮ ਨੂੰ ਵਧਾਉਣਾ ਤੇ ਤੇਜ਼ ਕਰਨ ਲਈ ਡਿਸਕਸ਼ਨ ਕੀਤੀ ਗਈ ਹੈ। ਰੈਂਪ ਸਕੀਮ ਬਾਰੇ ਕੀ ਹੈ? ਕਹਿੰਦੇ ਲਗਭਗ 6000 ਕਰੋੜ ਰੁਪਏ ਦੇ ਖਰਚੇ ਨਾਲ ਰਾਈਜ਼ਿੰਗ ਐਂਡ ਐਕਸੀਲੇਟਿੰਗ MSME ਪਰਫਾਰਮੈਂਸ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਮੌਜੂਦਾ MSME ਸਕੀਮਾਂ ਦੇ ਪ੍ਰਭਾਵ ਨੂੰ ਵਧਾਉਣ ਦੇ ਨਾਲ ਰਾਜਾਂ ਵਿੱਚ MSME ਦੀ ਕਵਰੇਜ ਅਤੇ ਲਾਗੂ ਕਰਨ ਦੀ ਸਮਰੱਥਾ ਨੂੰ ਵਧਾਉਣਾ ਹੈ। ਰੈਂਪ ਆਤਮ ਨਿਰਭਰਤਾ ਭਾਰਤ ਅਭਿਆਨ ਦੀ ਪੂਰਤੀ ਕਰੇਗਾ, ਨਵੀਨਤਾ ਵਿਚਾਰਧਾਰਾ ਉਦਮਤਾ ਨੂੰ ਉਤਸ਼ਾਹਿਤ ਕਰੇਗਾ ਕਰਕੇ ਅਭਿਆਸ ਤੇ ਪ੍ਰਕਿਰਿਆ ਵਿੱਚ ਸੁਧਾਰ ਕਰਕੇ ਗੁਣਵੱਤਾ ਦੇ ਮਿਆਰ ਨੂੰ ਵਿਕਸਿਤ ਕਰਕੇ ਮਾਰਕੀਟ ਵਿੱਚ ਬਹੁਤ ਵਾਧਾ ਕਰਕੇ MSME ਨੂੰ ਪ੍ਰਤੀਯੋਗੀ ਤੇ ਸਵੈ ਪ੍ਰਤੀਯੋਗੀ ਬਣਾਉਣ ਲਈ ਤਕਨੀਕੀ ਸਾਧਨਾਂ ਤੇ ਉਦਯੋਗ 4.0 ਨੂੰ ਤੈਨਾਤ ਕਰਕੇ ਨਵੇਂ ਕਾਰੋਬਾਰ ਨੂੰ ਉਤਸ਼ਾਹਿਤ ਕਰੇਗਾ। ਜੇ ਆਪਾਂ ਗੱਲ ਕਰੀਏ CBFTE ਸਕੀਮ ਬਾਰੇ, ਪਹਿਲੀ ਵਾਰ MSME ਨਿਰਯਾਤਕਾਂ ਦੀ ਸਮਰੱਥਾ ਨਿਰਮਾਣ। CBFTE ਸਕੀਮ ਦਾ ਉਦੇਸ਼ MSMEs ਨੂੰ ਗਲੋਬਲ ਮਾਰਕੀਟ ਵਿੱਚ ਅੰਤਰਰਾਸ਼ਟਰੀ ਮਿਆਰ, ਅੰਤਰਰਾਸ਼ਟਰੀ ਸਟੈਂਡਰਡ ਦੇ ਉਤਪਾਦ ਅਤੇ ਸੇਵਾਵਾਂ ਪੇਸ਼ ਕਰਨ ਲਈ ਉਤਸ਼ਾਹਿਤ ਕਰਨਾ ਹੈ। ਇਹ ਅੰਤਰਰਾਸ਼ਟਰੀ ਮੁੱਲ ਲੜੀ ਵਿੱਚ ਭਾਰਤੀ MSMEs ਦੀ ਭਾਗੀਦਾਰੀ ਨੂੰ ਵਧਾਵੇਗਾ। CBFTE ਉਹਨਾਂ ਦੇ ਨਿਰਯਾਤ ਸਮਰੱਥਾ ਨੂੰ ਸਾਕਾਰ ਕਰਨ ਵਿੱਚ
ਉਹਨਾਂ ਦੀ ਮਦਦ ਕਰੇਗਾ। ਹੁਣ PMEGP ਦੀਆਂ ਨਵੀਆਂ ਵਿਸ਼ੇਸ਼ਤਾਵਾਂ ਕੀ ਨੇ? ਜਾਣੀ ਕਿ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਕੀ ਨੇ? ਨਿਰਮਾਣ ਖੇਤਰ ਲਈ ਅਧਿਕਤਮ ਪ੍ਰੋਜੈਕਟ ਲਾਗਤ 25 ਲੱਖ ਤੋਂ ਵਧਾ ਕੇ ਕਿੰਨੀ ਕਰਤੀ? 50 ਲੱਖ ਕਰਤੀ। ਹੋਰ ਸੇਵਾ ਖੇਤਰ ਦੇ ਵਿੱਚ 10 ਲੱਖ ਤੋਂ ਵਧਾ ਕੇ ਕਿੰਨੀ ਕਰਤੀ? 20 ਲੱਖ ਰੁਪਏ ਕਰਤੀ। MSME ਆਈਡੀਆ ਹੈਕਾਥਨ 2022 ਇਹ ਕੀ ਹੈ? ਹੈਕਾਥਨ ਦਾ ਆਯੋਜਨ ਵਿਅਕਤੀਆਂ ਦੀ ਅਣਵਰਤੀ ਰਚਨਾਤਮਕ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਅਤੇ MSMEs ਵਿੱਚ ਨਵੀਨਤਮ ਤਕਨੋਲੋਜੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਰਾਸ਼ਟਰੀ MSME ਅਵਾਰਡ 2022 ਦੀ ਜੇ ਆਪਾਂ ਗੱਲ ਕਰੀਏ, ਇਹ ਅਵਾਰਡ ਭਾਰਤ ਵਿੱਚ MSME ਸੈਕਟਰ ਦੇ ਵਿਕਾਸ ਅਤੇ ਵਿਕਾਸ ਦੇ ਸੰਦਰਭ ਵਿੱਚ MSME ਨੂੰ ਅਭਿਲਾਸ਼ੀ ਜ਼ਿਲ੍ਹਿਆਂ, ਰਾਜਾਂ, ਯੂਟੀਜ਼ ਅਤੇ ਬੈਂਕਾਂ ਦੇ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਅੱਗੇ ਆਪਾਂ ਗੱਲ ਕਰੀਏ ਨੈਕਸਟ GST ਕੌਂਸਲ ਮੀਟਿੰਗ ਦੀ ਆਪਾਂ ਗੱਲ ਕਰੀਏ, ਇਹਦੇ ਕੀ ਹਾਈਲਾਈਟਸ ਨੇ? ਚੰਡੀਗੜ੍ਹ ਵਿੱਚ GST ਕੌਂਸਲ ਦੀ ਇਸ ਵਾਰੀ ਕਿੰਨੀ ਮੀਟਿੰਗ ਹੋਈ? 47ਵੀਂ ਮੀਟਿੰਗ ਹੋਈ ਸੀ। GST ਕੌਂਸਲ ਦੀ 2 ਦਿਨ ਮੀਟਿੰਗ ਵਿੱਚ ਕੁਝ ਵਸਤੂਆਂ ਦੇ ਦਰਾਂ ਵਿੱਚ ਬਦਲਾਅ ਕੀਤਾ ਗਿਆ, ਜਿਸ ਸਿਫਾਰਿਸ਼ ਕੀਤੀ ਗਈ। ਇਹ ਬਦਲਾਅ 18 ਜੁਲਾਈ 2022 ਤੋਂ ਲਾਗੂ ਹੋਣਗੇ। ਹੁਣ ਹਾਲ ਦੇ ਵਿੱਚ ਕੀ ਬਦਲਾਅ ਹੋਏ ਨੇ ਆਪਾਂ ਇਹਨਾਂ ਤੇ ਡਿਸਕਸ਼ਨ ਕਰਦੇ ਹਾਂ। ਸਿਆਹੀ ਲਾਈਟਾਂ, LED ਲੈਂਪ ਅਤੇ ਮੈਂਟਲ ਪ੍ਰਿੰਟਡ ਸਰਕਟ ਬੋਰਡ ਤੇ GST 12% ਤੋਂ ਵਧਾ ਕੇ ਨਾ ਕਰਤਾ ਜੀ, 18% ਕਰਤਾ। ਇਹ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਸੋਲਰ ਵਾਟਰ ਹੀਟਰ ਅਤੇ ਸਿਸਟਮ ਤੇ GST ਦਰ 5% ਵਧਾ ਕਿੰਨੀ ਕਰਤੀ? ਇਹ ਵੀ 12 ਕਰਤੀ ਜੀ। ਚਮੜੇ ਦੀਆਂ ਵਸਤੂਆਂ ਦੇ ਜੁੱਤੀ ਦੇ ਨਿਰਮਾਣ ਨਾਲ ਜੋਬ ਵਰਕ ਦੇ ਦਰ ਨੂੰ ਵਧਾ ਕੇ ਨਾ ਕਰਤਾ? 12% ਕਰਤਾ ਜੀ। ਸੜਕਾਂ, ਰੇਲਵੇ, ਮੈਟਰੋ, ਪੁਲਾਂ, ਸ਼ਮਸ਼ਾਨ ਘਾਟ ਦੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਲਈ ਕੰਮ ਦੇ ਠੇਕੇ ਤੇ ਦਰ ਨੂੰ 18% ਤੋਂ ਤੱਕ ਵਾਧਾ ਦਿੱਤਾ ਗਿਆ ਹੈ। GST ਕੌਂਸਲ ਨੇ ਉਲਟ ਡਿਊਟੀ ਢਾਂਚੇ ਨੂੰ ਹਟਾਉਣ ਲਈ ਕੁਝ ਵਸਤਾਂ ਅਤੇ ਸੇਵਾਵਾਂ ਦੇ ਟੈਕਸ ਦਰਾਂ ਨੂੰ ਤਰਕਸੰਗਤ ਬਣਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲੀਅਮ ਅਤੇ ਕੋਲਾ ਬੈਡ ਮੀਥੇਨ ਤੇ ਦਰ 5% ਤੋਂ ਕਿੰਨੀ ਕਰਤੀ? 12% ਕਰਤੀ। GST ਦੇ ਕੌਂਸਲ ਨੇ ਕੈਸੀਨੋ, ਘੋੜ-ਦੌੜ, ਆਨਲਾਈਨ ਗੇਮਿੰਗ ਅਤੇ ਲਾਟਰੀ ਦੇ 28% GST ਲਗਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ। ਅਗਲੀ ਮੀਟਿੰਗ ਵਿੱਚ ਇਹ ਮੁੱਦਾ ਉਠਾਇਆ ਜਾਵੇਗਾ। GST ਕੌਂਸਲ ਦੀ ਆਪਾਂ ਗੱਲ ਕਰੀਏ, ਇਹ ਭਾਰਤੀ ਸੰਵਿਧਾਨ ਦੀ ਧਾਰਾ 279A ਦੇ ਅਧੀਨ ਆਉਂਦੀ ਹੈ। ਇਹ ਇੱਕ ਸੰਵਿਧਾਨਿਕ ਸੰਸਥਾ ਹੈ। ਇਹ ਸੰਸਥਾ 101ਵੀਂ ਅਮੈਂਡਮੈਂਟ ਦੇ ਤਹਿਤ ਹੋਈ ਸੀ। 2016 ਦੇ ਵਿੱਚ ਮਤਾ ਪਾਸ ਹੋਇਆ ਸੀ। GST ਕੌਂਸਲ ਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਕਰਦੇ ਨੇ। ਠੀਕ ਹੈ ਜੀ। ਹੋਰ ਮੈਂਬਰ ਕੇਂਦਰੀ ਰਾਜ ਮੰਤਰੀ, ਮਾਲ ਜਾਂ ਵਿੱਤ ਅਤੇ ਸਾਰੇ ਰਾਜਾਂ ਦੇ ਵਿੱਤ ਜਾਂ ਟੈਕਸ ਦੇ ਇੰਚਾਰਜ ਮੰਤਰੀ ਹਨ। ਇਹ ਵਸਤੂਆਂ ਤੇ ਸੇਵਾ ਟੈਕਸ ਨਾਲ ਸੰਬੰਧਿਤ ਮੁੱਦਿਆਂ ਤੇ ਕੇਂਦਰ ਤੇ ਰਾਜ ਸਰਕਾਰ ਨੂੰ ਸਿਫਾਰਸ਼ਾਂ ਕਰਦਾ ਹੈ। GST ਕੌਂਸਲ ਦਾ ਹਰ ਫੈਸਲਾ ਹਾਜ਼ਰ ਮੈਂਬਰਾਂ ਦੀ ਵਜ਼ਨਦਾਰ ਵੋਟਾਂ ਦੇ 3/4 ਤੋਂ ਘੱਟ ਨਾ ਹੋਣ ਨਾਲ, ਜਾਣੀ ਕਿ ਇੱਥੇ ਕੀ ਹੈ ਕਿ ਜੋ ਵੀ ਫੈਸਲਾ ਲੈਣਾ ਉਹਦੇ ਵਿੱਚ ਮਿਨੀਮਮ ਜਿਹੜੇ ਮੈਂਬਰ ਕਿੰਨੇ ਹੋਣੇ ਚਾਹੀਦੇ ਨੇ? ਉਹ 3/4 ਹੋਣੇ ਜ਼ਰੂਰੀ ਨੇ। 3/4 ਦੀ ਮੈਜੋਰਟੀ ਹੋਣੀ ਜ਼ਰੂਰੀ ਹੈ। ਕੇਂਦਰ ਸਰਕਾਰ ਦੀਆਂ ਵੋਟਾਂ ਦਾ ਜਿਹੜੀ ਵੇਟੇਜ ਹੈ ਉਹ ਕੁੱਲ ਪਈਆਂ ਵੋਟਾਂ ਦਾ ਕਿੰਨੀ ਹੁੰਦੀ ਹੈ? 1/3 ਹੁੰਦੀ ਹੈ। ਠੀਕ ਹੈ ਜੀ। ਕਿ ਰਾਜ ਸਰਕਾਰ ਦੀਆਂ ਵੋਟਾਂ ਦਾ ਕੁੱਲ ਮਿਲਾ ਕੇ ਮੀਟਿੰਗ ਵਿੱਚ ਪਾਈਆਂ ਗਈਆਂ ਕੁੱਲ ਵੋਟਾਂ ਦੀ ਵੇਟੇਜ ਹੁੰਦੀ ਹੈ, ਜਾਣੀ ਕਿ ਸੈਂਟਰ ਦੀ 1/3, ਉਸ ਦੀ 2/3 ਸਟੇਟ ਦੀ। ਕੁਦਰਤ ਆਧਾਰਿਤ ਨੈਕਸਟ ਪੁਆਇੰਟ ਆਪਾਂ ਗੱਲ ਕਰਦੇ ਹਾਂ। ਕੁਦਰਤ ਆਧਾਰਿਤ ਹੱਲ ਲਈ ਭਾਰਤ ਫੋਰਮ, WEF ਇਸਨੂੰ ਕਿਹਾ ਗਿਆ ਹੋਊਗਾ। ਵਰਲਡ ਇੰਡੀਆ ਫੋਰਮ ਫॉर ਨੇਚਰ ਅਵਾਰਡ ਪੋਲੈਂਡ ਵਿੱਚ 11ਵੇਂ ਵਿਸ਼ਵ ਸ਼ਹਿਰੀ ਫੋਰਮ ਵਿੱਚ ਕੁਦਰਤ ਆਧਾਰਿਤ ਹੱਲ ਲਈ ਭਾਰਤ ਫੋਰਮ ਦੀ ਸ਼ੁਰੂਆਤ ਕੀਤੀ ਗਈ ਸੀ। ਜਾਣੀ ਕਿ ਆਪਾਂ ਇੰਗਲਿਸ਼ ਕੀ ਲਿਖਦੇ ਹਾਂ? ਇੰਡੀਆ ਫੋਰਮ ਫॉर ਨੇਚਰ ਬੇਸਡ ਸੋਲੂਸ਼ਨ। ਇੰਡੀਆ ਫੋਰਮ ਫॉर ਨੇਚਰ ਬੇਸਡ ਸੋਲੂਸ਼ਨ। ਠੀਕ ਹੈ, ਇਹਨੂੰ ਆਪਾਂ ਇੰਗਲਿਸ਼ ਵਿੱਚ ਲਿਖ ਸਕਦੇ ਹਾਂ। ਪੋਲੈਂਡ ਵਿੱਚ 11ਵੇਂ ਵਿਸ਼ਵ ਸ਼ਹਿਰੀ ਫੋਰਮ ਵਿੱਚ ਕੁਦਰਤ ਆਧਾਰਿਤ ਹੱਲ ਲਈ ਭਾਰਤ ਫੋਰਮ ਦੀ ਸ਼ੁਰੂਆਤ ਕੀਤੀ ਗਈ ਸੀ। ਫੋਰਮ ਦੀ ਸ਼ੁਰੂਆਤ ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਸ, ਵਰਲਡ ਰਿਸੋਰਸਿਸ ਇੰਸਟੀਚਿਊਟ ਇੰਡੀਆ, ਕਲਾਈਮੇਟ ਸੈਂਟਰ ਫॉर ਸਿਟੀਜ਼ ਦੁਆਰਾ ਕੀਤੀ ਗਈ ਸੀ ਅਤੇ ਉਹਨਾਂ ਦੇ ਭਾਈਵਾਲਾਂ ਨੇ ਕੁਦਰਤ ਆਧਾਰਿਤ ਹੱਲ ਲਈ ਇੰਡੀਆ ਦੇ ਫੋਰਮ ਦੀ ਸ਼ੁਰੂਆਤ ਕੀਤੀ। ਜੇ ਆਪਾਂ ਇਹਦੇ ਮੇਨ ਹਾਈਲਾਈਟਸ ਦੀ ਗੱਲ ਕਰੀਏ ਕਿ ਇਹਦੇ ਹਾਈਲਾਈਟਸ ਨੇ, ਇਹ ਸ਼ਹਿਰੀ ਕੁਦਰਤ ਆਧਾਰਿਤ ਆਪਾਂ ਕਹਿ ਸਕਦੇ ਹਾਂ ਨੇਚਰ ਬੇਸਡ ਸੋਲੂਸ਼ਨ ਹੈ। ਇਹ ਕੀ ਇੱਕ
नेचर बेस्ड सोल्यूशन है। इस ਲਈ ਭਾਰਤ ਦਾ ਪਹਿਲਾ ਰਾਸ਼ਟਰੀ ਗੈਸਜੋੜ ਪਲੇਟਫਾਰਮ ਹੈ। ਇਹ ਸਿਟੀਜ਼ ਫॉर ਫੋਰੈਸਟ ਪਹਿਲਕਦਮੀ ਤਹਿਤ ਲਾਂਚ ਕੀਤਾ ਗਿਆ। ਸਿਟੀਜ਼ ਫॉर ਫੋਰੈਸਟ ਦੇ ਕੋਡਿਕਸ ਨੂੰ ਲਾਂਚ ਕੀਤਾ ਗਿਆ। ਇਸ ਦਾ ਉਦੇਸ਼ NBS ਯਾਨੀ ਕਿ ਨੈਚੁਰਲ ਬੇਸਡ ਸੋਲੂਸ਼ਨ ਉਦਮੀਆਂ ਸਮਾਨ ਸੋਚ ਅਤੇ ਸੰਗਠਨਾਂ ਅਤੇ ਸਰਕਾਰੀ ਸੰਸਥਾਵਾਂ ਦਾ ਇੱਕ ਸਮੂਹ ਬਣਾਉਣਾ ਹੈ ਤਾਂ ਜੋ ਸ਼ਹਿਰੀ ਪ੍ਰਤੀਕਿਰਿਆ ਆਧਾਰਿਤ ਹੱਲਾਂ ਨੂੰ ਸਕੇਲ ਕਰਨ ਲਈ ਮਦਦ ਕੀਤੀ ਜਾ ਸਕੇ। ਇਹਦੇ ਵਿੱਚ ਮੇਨ ਪੁਆਇੰਟਸ ਕਿਹੜੇ ਨੇ? ਸਾਂਝੀ ਭਾਸ਼ਾ ਨੂੰ ਪ੍ਰਭਾਵਿਤ ਕਰਨਾ ਅਤੇ ਮੌਜੂਦਾ NBS ਦਖਲਅੰਦਾਜ਼ੀ ਨੂੰ ਵਧਾਉਣ ਸਮੇਤ ਸਥਾਨਕ ਪੱਧਰ ਤੇ ਕਾਰਵਾਈਆਂ ਨੂੰ ਪੂਰਾ ਕਰਨ ਵਾਲੇ ਲਾਭਾਂ ਦਾ ਵਿਚਾਰ ਕਰਨਾ। ਸੂਚਨਾ ਨੰਬਰ 2 ਦੇ ਵਿੱਚ ਕੀ ਹੈ? ਸੂਚਨਾ ਨੀਤੀ ਯੋਜਨਾਵਾਂ ਅਤੇ ਪ੍ਰੋਜੈਕਟ ਦਖਲਅੰਦਾਜ਼ੀ ਦੁਆਰਾ ਭਾਰਤ ਵਿੱਚ ਸ਼ਹਿਰੀ ਇਕੋਸਿਸਟਮ ਆਧਾਰਿਤ ਸੇਵਾਵਾਂ ਅਤੇ ਕੁਦਰਤ ਆਧਾਰਿਤ ਹੱਲਾਂ ਬਾਰੇ ਜਾਗਰੂਕਤਾ ਪੈਦਾ ਕਰਨੀ। ਮਲਟੀ ਸਟੇਕਹੋਲਡਰ ਦੇ ਤਾਲਮੇਲ ਨਾਲ ਨਿਵੇਸ਼ ਨੂੰ ਚਲਾਉਣਾ ਅਤੇ ਡਿਲੀਵਰੀ ਨੂੰ ਵਿਧੀ ਨੂੰ ਉਤਸ਼ਾਹਿਤ ਕਰਨਾ। ਕੁਦਰਤ ਆਧਾਰਿਤ ਹੱਲ ਹਨ ਜਾਣੀ ਕਿ ਨੇਚਰ ਬੇਸਡ ਸੋਲੂਸ਼ਨ। IUCN ਦੇ ਅਨੁਸਾਰ NBS ਨੂੰ ਕੁਦਰਤੀ ਜਾਂ ਸੰਸ਼ੋਧਿਤ ਇਕੋਸਿਸਟਮ ਦੀ ਰੱਖਿਆ, ਸਸਟੇਨੇਬਲ ਪਲੈਨਿੰਗ ਅਤੇ ਬਹਾਲ ਕਰਨ ਲਈ ਕਾਰਵਾਈਆਂ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਸਮਾਜਿਕ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਅਤੇ ਅਨੁਕੂਲਤਾ ਕਰਨ ਨਾਲ ਹੱਲ ਕਰਦੇ ਹਨ, ਨਾਲ ਹੀ ਮਨੁੱਖੀ ਭਲਾਈ ਅਤੇ ਜੈਵ ਵਿਭਿੰਨਤਾ ਲਾਭ ਪ੍ਰਦਾਨ ਕਰਦੇ ਹਨ। ਸਿਟੀਜ਼ ਫॉर ਫੋਰੈਸਟ ਇਨੀਸ਼ੀਏਟਿਵ ਇਹ ਕੀ ਹੈ? ਇਹ ਦੁਨੀਆ ਭਰ ਦੇ 60 ਤੋਂ ਵੱਧ ਸ਼ਹਿਰਾਂ ਦਾ ਸਵੈ-ਇੱਛਤ ਸਮੂਹ ਹੈ ਜਿਸ ਵਿੱਚ ਮੇਅਰਾਂ ਦੇ ਦਫ਼ਤਰ ਅਤੇ ਹੋਰ ਸ਼ਹਿਰਾਂ ਦੀਆਂ ਏਜੰਸੀਆਂ ਜਿਵੇਂ ਕਿ ਜਨਤਕ ਪਾਣੀਆਂ ਸਹੂਲਤਾਂ ਅਤੇ ਸਥਿਰਤਾ ਦੇ ਦਫ਼ਤਰਾਂ ਸ਼ਾਮਲ ਹਨ। ਇਸ ਦਾ ਉਦੇਸ਼ ਦੁਨੀਆ ਭਰ ਦੇ ਸ਼ਹਿਰਾਂ ਨੂੰ ਵਿਸ਼ਵ ਦੇ ਜੰਗਲਾਂ ਦੇ ਨਾਲ ਉਹਨਾਂ ਦੀ ਅੰਤਰ ਨਿਰਭਰਤਾ ਨੂੰ ਮਾਨਤਾ ਦੇਣ ਅਤੇ ਜੰਗਲਾਂ ਦੀ ਸਿਹਤ ਅਤੇ ਜੀਵਨ ਸ਼ਕਤੀ ਨੂੰ ਯਕੀਨੀ ਬਣਾਉਣ ਲਈ ਉਹਨਾਂ ਦੀ ਆਪਣੀ ਰਾਜਨੀਤਿਕ, ਆਰਥਿਕ, ਸੱਭਿਆਚਾਰਕ ਸ਼ਕਤੀ ਦੀ ਵਰਤੋਂ ਕਰਨਾ ਹੈ। ਸਿਟੀਜ਼ ਫॉर ਫੋਰੈਸਟ ਪਹਿਲਕਦਮੀ ਦੁਨੀਆ ਭਰ ਦੇ ਸ਼ਹਿਰਾਂ ਨੂੰ ਅੰਦਰੂਨੀ ਜੰਗਲ ਜਿਵੇਂ ਕਿ ਸ਼ਹਿਰ ਦੇ ਦਰੱਖਤ ਅਤੇ ਸ਼ਹਿਰੀ ਪਾਰਕ, ਨੇੜਲੇ ਜੰਗਲਾਂ ਜਿਵੇਂ ਕਿ ਹਰੇ ਕੋਰੀਡੋਰ ਅਤੇ ਵਾਟਰਸ਼ੈੱਡ ਅਤੇ ਦੂਰ ਜੰਗਲ ਜਿਵੇਂ ਕਿ ਗਰਮ ਖੰਡੀ ਅਤੇ ਬੋਰੀਅਲ ਜੰਗਲ ਨਾਲ ਜੋੜਨ ਅਤੇ ਨਿਵੇਸ਼ ਕਰਨ ਵਿੱਚ ਮਦਦ ਕਰਦੀ ਹੈ। ਇਸ ਪਹਿਲ ਦੇ ਤਹਿਤ 3 ਭਾਰਤੀ ਸ਼ਹਿਰ ਹਨ: ਮੁੰਬਈ, ਹੈਦਰਾਬਾਦ ਅਤੇ ਕੋਚੀ। ਵਿਸ਼ਵ ਸ਼ਹਿਰੀ ਫੋਰਮ ਦੀ ਆਪਾਂ ਗੱਲ ਕਰੀਏ, ਸੰਯੁਕਤ ਰਾਸ਼ਟਰ ਨੇ 2001 ਵਿੱਚ ਤੇਜ਼ੀ ਨਾਲ ਸ਼ਹਿਰੀਕਰਨ ਦੀ ਸਮੱਸਿਆ ਅਤੇ ਸਮੁਦਾਇ ਅਰਥਚਾਰਿਆਂ, ਜਲਵਾਯੂ ਤਬਦੀਲੀ, ਸ਼ਹਿਰਾਂ ਅਤੇ ਨੀਤੀਆਂ ਤੇ ਇਸ ਦੇ ਪ੍ਰਭਾਵ ਦੀ ਜਾਂਚ ਕਰਨ ਦੇ ਲਈ WUF ਦੀ ਸਥਾਪਨਾ ਕੀਤੀ ਸੀ। ਪਹਿਲਾ WUF 2002 ਵਿੱਚ ਨੈਰੋਬੀ, ਕੀਨੀਆ ਵਿੱਚ ਆਯੋਜਿਤ ਕੀਤਾ ਗਿਆ ਸੀ। ਉਹ ਤੋਂ ਇਹ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸੰਯੁਕਤ ਰਾਸ਼ਟਰ ਹੈਬੀਟੈਟ ਕੋਟਾਵਿਸ ਦੇ ਮਿਊਨਿਸਪਲ ਦਫ਼ਤਰ ਵਿੱਚ ਅਤੇ ਵਿਕਾਸ ਫੰਡ ਮੰਤਰਾਲੇ ਪੋਲੈਂਡ ਦੀ ਖੇਤਰੀ ਨੀਤੀ ਦੁਆਰਾ ਸਹਿ ਸੰਗਠਿਤ ਹੈ। ਅੱਜ ਦੀ ਕਰੰਟ ਜੋ GKC ਇੰਨੀ ਹੀ ਸੀ। ਥੈਂਕਸ। Keep touch with us for next videos. Thank you. Have a nice day.